ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਮਤੇ ਦੀ ਅਹਿਮੀਅਤ ਦੀ। ਸੋਧ ਬਿੱਲ ਪੰਜਾਬ ਸਰਕਾਰ ਲੈ ਕੇ ਆਈ ਤੇ ਉਸ ਦੇ ਖਿਲਾਫ ਐਸਜੀਪੀਸੀ ਦੇ ਵੱਲੋਂ ਜਵਾਬ ਦਿੱਤਾ ਗਿਆ ਹੈ ਜਨਰਲ ਇਜਲਾਸ ਦੇ ਵਿੱਚ ਇੱਕ ਮਤਾ ਪਾਸ ਕਰਕੇ ਤੇ ਮੋਰਚੇ ਦੇ ਜ਼ਰੀਏ ਕਿ ਮੋਰਚਾ ਲਗਾਇਆ ਜਾਏਗਾ। ਮਤਾ ਪਾਸ ਕਰ ਦਿੱਤਾ ਗਿਆ, ਮੋਰਚੇ ਦਾ ਐਲਾਨ ਕਰ ਦਿੱਤਾ ਗਿਆ। ਹਾਲਾਂਕਿ ਜਿੱਥੋਂ ਗੱਲ ਤੁਰੀ ਸੀ ਯਾਨੀ ਗੁਰਬਾਣੀ ਪ੍ਰਸਾਰਣ ਫ੍ਰੀ ਟੂ 에ਅਰ ਹੋਵੇ ਉਸ ਦੀ ਕੋਈ ਜ਼ਿਆਦਾ ਗੱਲ ਹੁੰਦੀ ਹੋਈ ਨਜ਼ਰ ਨਹੀਂ ਆਈ। ਤਾਂ ਅੱਜ ਚਰਚਾ ਕਿ ਮਤੇ ਦੇ ਨਾਲ ਗੱਲ ਬਣ ਜਾਏਗੀ ਕਿ ਇਹ ਮਤਾ ਜੋ ਸੋਧ ਬਿੱਲ ਸਰਕਾਰ ਵਿਧਾਨ ਸਭਾ ਦੇ ਵਿੱਚ ਲਿਆ ਕੇ ਪਾਸ ਕਰ ਚੁੱਕੀ ਹੈ ਕਿ ਮਤਾ ਉਸ ਬਿੱਲ ਦੀ ਕਾਟ ਬਣ ਸਕੇਗਾ ਜਾਂ ਬਣ ਸਕਦਾ ਹੈ ਤੇ ਕੀ ਮੋਰਚੇ ਤੱਕ ਵੀ ਗੱਲ ਪਹੁੰਚੇਗੀ ਜਾਂ ਪਹੁੰਚ ਸਕਦੀ ਹੈ, ਕਿਉਂਕਿ ਐਸਜੀਪੀਸੀ ਕਹਿ ਰਹੀ ਹੈ ਕਿ ਸਰਕਾਰ ਆਪਣਾ ਫੈਸਲਾ ਆਪਣਾ ਬਿੱਲ ਵਾਪਸ ਲਵੇ, ਨਹੀਂ ਤਾਂ ਫਿਰ ਅਸੀਂ ਮੋਰਚਾ ਖੋਲਾਂਗੇ। ਮੋਰਚਾ ਕਿਵੇਂ, ਕਦੋਂ, ਅੱਗੇ ਇਸ ਦੀ ਰੂਪਰੇਖਾ ਕੀ ਹੋਏਗੀ, ਉਹ ਵੀ ਇੱਕ ਸਵਾਲ ਜ਼ਰੂਰ ਹੈ। ਪਰ ਅੱਜ ਚਰਚਾ ਦੋ ਅਹਿਮ ਮੁੱਦਿਆਂ ਦੇ ਉੱਤੇ, ਇੱਕ ਕਿ ਸੋਧ ਬਿੱਲ ਦੇ ਖਿਲਾਫ ਜੋ ਮਤਾ ਲਿਆਂਦਾ ਗਿਆ ਹੈ ਇਹ ਕਿੰਨਾ ਅਸਰਦਾਰ ਹੈ, ਵਜ਼ਨਦਾਰ ਹੈ। ਦੂਜੇ ਪਾਸੇ ਗੁਰਬਾਣੀ ਪ੍ਰਸਾਰਣ ਦਾ ਮੁੱਦਾ, ਗੁਰਬਾਣੀ ਪ੍ਰਸਾਰਣ ਫ੍ਰੀ ਟੂ 에ਅਰ ਹੋਵੇ। ਸਰਕਾਰ ਇਹ ਤਰਕ ਦੇ ਰਹੀ ਹੈ ਕਿ ਬਿੱਲ ਤਾਂ ਲਿਆਂਦਾ ਸਿਰਫ ਉਸ ਵਜ੍ਹਾ ਦੇ ਨਾਲ ਹੀ ਹੈ ਕਿ ਗੁਰਬਾਣੀ ਪ੍ਰਸਾਰਣ ਦੇ ਉੱਤੇ ਵੀ ਐਸਜੀਪੀਸੀ ਕਲੀਅਰ ਹੈ ਕਿ ਹਾਂ ਅਸੀਂ ਕੀ ਕਰਨ ਜਾ ਰਹੇ ਹਾਂ ਜਾਂ ਗੁਰਬਾਣੀ ਪ੍ਰਸਾਰਣ ਫ੍ਰੀ ਟੂ 에ਅਰ ਹੋਣ ਜਾ ਰਹੀ ਹੈ ਜਾਂ ਨਹੀਂ। ਹਾਲਾਂਕਿ ਇਹ ਦਾਅਵੇ ਜ਼ਰੂਰ ਕੀਤੇ ਜਾ ਰਹੇ ਨੇ ਕਿ ਕੁਝ YouTube ਚੈਨਲਸ ਦੇ ਉੱਤੇ ਆਲਰੇਡੀ ਹੈ ਔਰ ਇੱਕ ਟੈਂਡਰ ਕੱਢਿਆ ਗਿਆ ਕਿ ਟੈਂਡਰ ਦੇ ਜ਼ਰੀਏ ਕੋਈ ਵੀ ਚੈਨਲ ਆ ਕੇ ਉਸ ਦੇ ਰਾਈਟਸ ਲੈ ਸਕਦੇ ਆ। ਖੈਰ ਦੋਵੇਂ ਮੁੱਦਿਆਂ ਦੇ ਉੱਤੇ ਅੱਜ ਗੱਲਬਾਤ ਕਰਾਂਗੇ। ਗੱਲਬਾਤ ਹੋਏਗੀ ਸੋਧ ਬਿੱਲ ਤੇ ਸੋਧ ਬਿੱਲ ਦਾ ਮੁਕਾਬਲਾ ਜਾਂ ਸੋਧ ਬਿੱਲ ਨੂੰ ਕਾਊਂਟਰ ਕਰਨ ਦੇ ਲਈ ਐਸਜੀਪੀਸੀ ਦਾ ਮਤਾ। बहुत बड़े लीडर आते हैं, कदे मर्यादा का उल्लंघन नहीं होया, ਇਹਦੇ ਲਈ तुरंत ਇਹ माफ़ी मंगण ਤੇ ਜੋ ਤੁਸੀਂ ਕਾਰਜ ਕੀਤਾ ਉਹ ਮੁੰਡੋਂ ਰੱਦ ਕੀਤਾ ਕਿਉਂਕਿ ਤੁਹਾਨੂੰ ਅਧਿਕਾਰ ਕੋਈ ਨਹੀਂ। ਸ਼੍ਰੋਮਣੀ ਕਮੇਟੀ ਦਾ ਅੱਜ ਦਾ ਇਜਲਾਸ ਸਰਕਾਰ ਦੀ ਇਸ ਹਰਕਤ ਨੂੰ ਸਿੱਖ ਵਿਰੋਧੀ ਕਰਾਰ ਦਿੰਦਾ ਹੈ। ਹੋਮ ਮਿਨਿਸਟਰ ਸਾਹਿਬ ਨੂੰ ਵੀ ਟਾਈਮ, ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਵੀ ਯਤਨ ਕਰਾਂਗੇ ਵੀ ਉਹਨਾਂ ਨੂੰ ਵੀ ਮਿਲੀਏ। ਪੰਥ ਕੀ ਜੀਤ, ਫਿਰ ਦੇਖਾਂਗੇ ਕਿਹੜਾ ਮੋਰੇ ਆਉਂਦਾ, ਪੁਰਾਤਨ ਰਵਾਇਤਾਂ ਦੇ ਉੱਤੇ ਪਹਿਰਾ ਦੇਵਾਂਗੇ ਡਟ ਕੇ। ਕਮੇਟੀ ਗੁੱਸੇ ਵਿੱਚ, ਰੋਸ ਵਧ ਰਿਹਾ, ਸਰਕਾਰ ਖਿਲਾਫ ਬਿਆਨ ਦਿੱਤੇ ਜਾ ਰਹੇ ਨੇ ਅਤੇ ਦਬਾਅ ਬਣਾਉਣ ਦੇ ਲਈ ਹੁਣ ਨਵੀਂ ਤਿਆਰੀ ਵੀ ਹੈ। ਫਿਰ ਜੇ ਨਾ ਸਾਰਾ ਪਾਸੇ ਕੋਈ ਚੱਲਿਆ ਚਾਰਾ ਜੋਰੀ, ਉੱਥੇ ਅੰਮ੍ਰਿਤ ਵੇਲੇ ਚੌਂਕੀ ਭਰ ਕੇ ਅੰਮ੍ਰਿਤ ਵੇਲੇ ਦੀ ਆਸਾ ਜੀ ਦੀ ਬਾਰ ਤੋਂ ਬੰਦੇ ਨਿਯਮਿਤ ਕਰ ਲਾਂਗੇ। ਇੱਕ ਹਲਕੇ ਦੇ ਵਿੱਚੋਂ ਇੱਕ ਮੈਂਬਰ ਐਸਜੀਪੀਸੀ, ਇੱਕ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਦਾ, ਉਹ ਫਿਰ ਬੰਦੇ ਨਿਯਮਿਤ ਕਰਾਂਗੇ। ਉੱਥੋਂ ਜਾਇਆ ਕਰਨਗੇ, ਢੋਲਕੀਆਂ ਛੈਣੇ ਖੜਕਦੇ ਜਾਣਗੇ, ਪੰਥ ਕੀ ਜੀਤ, ਫਿਰ ਦੇਖਾਂਗੇ ਕਿਹੜਾ ਮੋਰੇ ਆਉਂਦਾ, ਪੁਰਾਤਨ ਰਵਾਇਤਾਂ ਦੇ ਉੱਤੇ ਪਹਿਰਾ ਦੇਵਾਂਗੇ ਡਟ ਕੇ, ਤੇ ਦੇਣਾ ਬਣਦਾ ਵੀ ਆ। ਸ਼੍ਰੋਮਣੀ ਕਮੇਟੀ ਪ੍ਰਧਾਨ ਜਿਹੜਾ ਅਹਿਦ ਲੈ ਰਹੇ ਨੇ, ਇਤਿਹਾਸ ਗਵਾਏ ਕਿ ਸਿੱਖ ਪੰਥ ਦੇ ਨਾਲ ਜੁੜੇ ਕਈ ਅਹਿਮ ਮਸਲਿਆਂ ਵਿੱਚ ਇਹਨਾਂ ਮੋਰਚਿਆਂ ਦੀ ਭੂਮਿਕਾ ਕਾਫੀ ਅਹਿਮ ਰਹੀ ਹੈ। ਪਰ ਹੁਣ ਜਦੋਂ ਸਰਕਾਰ ਦਾ ਦਾਅਵਾ ਹੈ ਕਿ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਵੱਧ ਤੋਂ ਵੱਧ ਲੋਕਾਂ ਤੱਕ ਲਿਜਾਣ ਦੇ ਲਈ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਜਿਹੇ ਵਿੱਚ ਸ਼੍ਰੋਮਣੀ ਕਮੇਟੀ ਦਾ ਰੋਸ ਕਿਉਂ? ਇਹ ਸਵਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਚੁੱਕ ਰਹੇ ਨੇ। ਵੀ ਜਿਸ ਕੰਮਾਂ ਦੇ ਲਈ ਇਜਲਾਸ ਇਹਨਾਂ ਨੂੰ ਬੁਲਾਉਣਾ ਚਾਹੀਦਾ, ਜਿਸ ਕਿਸਮ ਦੇ ਸੁਧਾਰ ਕਰਨੇ ਚਾਹੀਦੇ ਨੇ, ਉਹਨਾਂ ਨੇ ਆਪਣਾ ਕੰਮ ਤਾਂ ਕਦੇ ਡਿਊਟੀ ਨਿਭਾਈ ਹੀ ਨਹੀਂ ਕਿਸੇ ਵੀ ਤਰੀਕੇ ਨਾਲ। ਜਦੋਂ ਕਿਸੇ ਸੰਸਥਾ ਦੇ ਵਿੱਚ ਕਮਜ਼ੋਰੀ ਪੈਂਦੀ ਆ, ਹੋਰ ਕਮਜ਼ੋਰੀ ਪੈਂਦੀ ਆ, ਹੋਰ ਪੈਂਦੀ ਆ, ਸੁਧਾਰ ਦੀ ਉਹ ਮੰਗ ਕਰਦੀ ਹੈ। ਅਸੀਂ ਤਾਂ ਹਰ ਇੱਕ ਨੂੰ ਇਹ ਗੱਲ ਗੁਰੂ ਨਾਨਕ ਦੇਵ ਦਾ ਸੰਦੇਸ਼ ਪਹੁੰਚਾਉਣਾ ਚਾਹੁੰਦੇ ਆ। ਇਹ ਕਿਉਂ ਪ੍ਰਾਈਵੇਟ ਕੰਪਨੀ ਬਣਾਈ ਜਾ ਰਹੀ ਹੈ? ਕਿਉਂ ਕੁਝ ਪ੍ਰਾਈਵੇਟ ਚੈਨਲਾਂ ਦੇ ਜ਼ਰੀਏ ਉਹਨੂੰ ਬਾਉਂਡ ਕੀਤਾ ਜਾ ਰਿਹਾ? ਦਰਅਸਲ ਸ਼੍ਰੋਮਣੀ ਕਮੇਟੀ ਦੇ ਇਜਲਾਸ ਨੂੰ ਕੁਝ ਅਹਿਮ ਬਿੰਦੂਆਂ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਸ ਇਜਲਾਸ ਵਿੱਚ ਸਿੱਖ ਗੁਰਦੁਆਰਾ ਸੋਧ ਬਿੱਲ ਦੇ ਖਿਲਾਫ ਮਤਾ ਪਾਸ ਕੀਤਾ ਗਿਆ। ਸਿੱਖ ਗੁਰਦੁਆਰਾ ਸੋਧ ਬਿੱਲ ਨੂੰ ਰੱਦ ਕਰ ਦਿੱਤਾ ਗਿਆ। ਸਿੱਖ ਗੁਰਦੁਆਰਾ ਸੋਧ ਬਿੱਲ ਸਿੱਖਾਂ ਤੇ ਸਿੱਧਾ ਹਮਲਾ ਇਹ ਕਿਹਾ ਗਿਆ। ਐਸਜੀਪੀਸੀ ਦੀ ਸਹਿਮਤੀ ਤੋਂ ਬਿਨਾਂ ਕੋਈ ਬਦਲਾਅ ਨਹੀਂ ਹੋ ਸਕਦਾ। ਕੇਂਦਰੀ ਗ੍ਰਹਿ ਮੰਤਰੀ ਅਤੇ ਰਾਸ਼ਟਰਪਤੀ ਨੂੰ ਵੀ ਐਸਜੀਪੀਸੀ ਜਾ ਕੇ ਮਿਲੇਗੀ। ਬਿੱਲ ਵਾਪਸ ਨਾ ਹੋਣ ਤੇ ਮੋਰਚਾ ਲਾਇਆ ਜਾਵੇਗਾ। 117 ਵਿਧਾਨ ਸਭਾ ਹਲਕਿਆਂ ਦਾ ਇੱਕ ਮੈਂਬਰ ਰੋਜ਼ ਧਰਨਾ ਦੇਵੇਗਾ। ਅੱਜ ਮਾਨ ਸਰਕਾਰ ਨੂੰ ਇਹ ਚੇਤੇ 'ਚ ਰੱਖ ਲੈਣਾ ਚਾਹੀਦਾ ਕਿ ਸਿੱਖਾਂ ਦੀ ਪਾਰਲੀਮੈਂਟ ਆ, ਇਹਦਾ ਆਪਣਾ ਕਾਨੂੰਨ ਆ, ਇਹਦੇ ਨਿਯਮ ਆ, ਉਹਨਾਂ ਕਾਨੂੰਨਾਂ ਤੇ ਨਿਯਮਾਂ ਤਹਿਤ ਇਹ ਕੰਮ ਕਰਦੀ ਆ। ਤੇ ਜੋ ਤੁਸੀਂ ਕਾਰਜ ਕੀਤਾ ਉਹ ਮੁੰਡੋਂ ਰੱਦ ਕੀਤਾ ਕਿਉਂਕਿ ਤੁਹਾਨੂੰ ਅਧਿਕਾਰ ਕੋਈ ਨਹੀਂ ਸੀ। ਇਹ ਅਮੈਂਡਮੈਂਟ ਦਾ ਜਿਹੜਾ ਐਕਟ ਆ, ਅਮੈਂਡਮੈਂਟ ਹੋਣੀ ਆ, ਇਹਦਾ ਕੇਵਲ ਕੱਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਧਿਕਾਰ ਆ, ਕਿਸੇ ਸਰਕਾਰ ਨੂੰ ਕੋਈ ਅਧਿਕਾਰ ਨਹੀਂ। ਮਤਾ ਉਸ ਹਾਊਸ ਦੇ ਵਿੱਚ ਵੀ ਪਾਸ ਹੋਇਆ ਅਤੇ ਇਸ ਹਾਊਸ ਵਿੱਚ ਵੀ
ਹੁਣ ਸੰਗਤ ਦੇ ਵੱਲੋਂ ਕਿਹੜੇ ਮਤੇ ਨੂੰ ਮਾਨਤਾ ਦਿੱਤੀ ਜਾਂਦੀ ਹੈ, ਇਹ ਵੇਖਣਾ ਹੋਵੇਗਾ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ ਦੇ ਨਾਲ ਚੰਡੀਗੜ੍ਹ ਤੋਂ ਪੰਕਜ ਕਪਾਹੀ ਦੀ ਰਿਪੋਰਟ, ਨਿਊਜ਼ 18 ਪੰਜਾਬ। ਤੇ ਇਸ ਵਿਚਾਲੇ ਮੁੱਖ ਮੰਤਰੀ ਦੇ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ। ਇਸ ਪੂਰੇ ਇਜਲਾਸ ਦੇ ਖਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਸਿੱਧੇ ਤੌਰ ਦੇ ਉੱਤੇ ਟਾਰਗੇਟ ਜਾਂ ਕਹੀਏ ਕਿ ਨਿਸ਼ਾਨੇ ਦੇ ਉੱਤੇ ਲੈ ਰਹੇ ਨੇ ਐਸਜੀਪੀਸੀ ਦੇ ਪ੍ਰਧਾਨ ਨੂੰ। ਤੇ ਸੀਐਮ ਆਪਣੇ ਟਵੀਟ ਦੇ ਵਿੱਚ ਲਿਖਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁੱਖ ਬੁਲਾਰੇ, ਇਹ ਕੋਡ ਅਨਕੋਡ ਕੀਤਾ ਗਿਆ ਸੀ, ਮੁੱਖ ਬੁਲਾਰੇ ਸ਼੍ਰੀ ਹਰਜਿੰਦਰ ਸਿੰਘ ਧਾਮੀ ਜੀ ਅੱਜ ਦੇ ਇਜਲਾਸ ਦੇ ਵਿੱਚ ਪਵਿੱਤਰ ਗੁਰਬਾਣੀ ਦੇ ਸਭ ਨੂੰ ਮੁਫਤ ਪ੍ਰਸਾਰਣ ਬਾਰੇ ਕੋਈ ਵਿਚਾਰ ਵਟਾਂਦਰਾ ਹੋਇਆ ਜਾਂ ਫਿਰ ਮੈਨੂੰ ਗਾਲਾਂ ਕੱਢਣ ਦਾ ਮਤਾ ਪਾਸ ਕਰਕੇ ਇਜਲਾਸ ਖਤਮ। ਧਾਮੀ ਸਾਹਿਬ ਲੋਕ ਸਭ ਦੇਖ ਰਹੇ ਨੇ, ਕਬੂਤਰ ਦੇ ਅੱਖਾਂ ਮੀਚਣ ਦੇ ਨਾਲ ਬਿੱਲੀ ਨਹੀਂ ਭੱਜਦੀ। ਖੈਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਇੱਕ ਤਰੀਕੇ ਨਾਲ ਤਿੱਖਾ ਨਿਸ਼ਾਨਾ ਸਾਧਿਆ ਜਾ ਰਿਹਾ। ਦਰਅਸਲ ਇਹ ਗੱਲ ਤਾਂ ਗੁਰਬਾਣੀ ਪ੍ਰਸਾਰਣ ਤੋਂ ਹੀ ਸ਼ੁਰੂ ਹੋਈ ਸੀ, ਪਰ ਹੁਣ ਸਵਾਲ ਇਹ ਹੈ ਕਿ ਪ੍ਰਸਾਰਣ ਦੇ ਮਾਮਲੇ ਦੇ ਉੱਤੇ ਕਿੰਨੀ ਚਰਚਾ ਹੋਈ ਵੀ ਜਾਂ ਨਹੀਂ ਹੋਈ, ਇਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਚਰਚਾ ਦੀ ਸ਼ੁਰੂਆਤ ਕਰੀਏ, ਪਰ ਉਸ ਤੋਂ ਪਹਿਲਾਂ ਰੋਜ਼ ਦੀ ਤਰ੍ਹਾਂ ਡਿਬੇਟ ਪੁਆਇੰਟਸ ਜਿਹੜੇ ਹੈਗੇ ਨੇ ਜਿਨ੍ਹਾਂ ਦੇ ਉੱਤੇ ਅੱਜ ਚਰਚਾ ਹੋਵੇਗੀ, ਜਿਨ੍ਹਾਂ ਦੇ ਉੱਤੇ ਪੂਰੀ ਅੱਜ ਦੀ ਗੱਲਬਾਤ ਕੇਂਦਰਿਤ ਰੱਖਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਡਿਬੇਟ ਪੁਆਇੰਟਸ ਦੇ ਵਿੱਚ ਪਹਿਲਾ ਪੁਆਇੰਟ ਇਹ ਹੈ ਕਿ ਬਿੱਲ ਦੀ ਕਾਟ ਇਹ ਮਤਾ ਬਣ ਸਕਦਾ ਹੈ ਜਾਂ ਨਹੀਂ, ਕਿ ਬਿੱਲ ਦੀ ਕਾਟ ਬਣੇਗਾ ਮਤਾ। ਡਿਬੇਟ ਪੁਆਇੰਟਸ ਦੇ ਵਿੱਚ ਬਹੁਤ ਸਿੱਧਾ ਸਵਾਲ ਹੈ ਜਿਸ ਦਾ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ। ਬਿੱਲ ਵਰਸਸ ਰੈਜ਼ੋਲੂਸ਼ਨ ਇਸ ਸਮੇਂ ਨਜ਼ਰ ਆ ਰਿਹਾ, ਬਿੱਲ ਦੀ ਕਾਟ ਇਹ ਮਤਾ ਬਣੇਗਾ ਜੋ ਐਸਜੀਪੀਸੀ ਦੇ ਵੱਲੋਂ ਪਾਸ ਕੀਤਾ ਗਿਆ, ਜੋ ਰੱਦ ਕਰ ਦਿੱਤਾ ਗਿਆ ਸੋਧ ਬਿੱਲ ਜਾਂ ਜਿਸ ਤਰੀਕੇ ਨਾਲ ਸਰਕਾਰ ਦੇ ਵੱਲੋਂ ਜੋ ਫੈਸਲਾ ਲਿਆ ਗਿਆ ਸੀ ਉਸ ਨੂੰ। ਪੁਆਇੰਟ ਨੰਬਰ 2 ਕਿ ਗੁਰਬਾਣੀ ਫ੍ਰੀ ਟੂ 에ਅਰ ਹੋਵੇਗੀ ਜਾਂ ਨਹੀਂ। ਦੇਖੋ ਸੰਗਤ ਲੋਕ ਜਿਹੜੇ ਅੱਜ ਡਿਬੇਟ ਦੇਖ ਰਹੇ ਨੇ ਉਹ ਵੀ ਇਹ ਸਮਝਣਾ ਤੇ ਜਾਣਨਾ ਚਾਹੁੰਦੇ ਨੇ ਕਿ ਠੀਕ ਹੈ ਇੱਕ ਪਾਸੇ ਸੋਧ ਬਿੱਲ ਆ ਗਿਆ, ਠੀਕ ਹੈ ਇੱਕ ਪਾਸੇ ਮਤਾ ਆ ਗਿਆ, ਸਰਕਾਰ ਦਾ ਆਪਣਾ ਤਰਕ ਹੈ, ਐਸਜੀਪੀਸੀ ਦਾ ਆਪਣਾ ਤਰਕ ਹੈ, ਦੋਵਾਂ ਦੇ ਵਿਚਾਲੇ ਵਾਰ ਪਲਟਵਾਰ ਹੈ, ਸਭ ਕੁਝ ਲੋਕਾਂ ਨੂੰ ਸਮਝ ਆ ਰਿਹਾ ਹੈ, ਪਰ ਇਸ ਸਭ ਦੇ ਵਿਚਾਲੇ ਕੁਐਸਚਨ ਮਾਰਕ ਉੱਥੇ ਆ ਕੇ ਖੜਾ ਹੁੰਦਾ ਹੈ ਜਾਂ ਸਵਾਲ ਪੰਜਾਬ ਦੇ ਲੋਕਾਂ ਦਾ ਉੱਥੇ ਹੀ ਖੜਾ ਹੁੰਦਾ ਹੈ ਕਿ ਗੁਰਬਾਣੀ ਫ੍ਰੀ ਟੂ 에ਅਰ ਹੋਵੇਗੀ ਜਾਂ ਨਹੀਂ, ਕਿ ਹਰ ਚੈਨਲ ਦੇ ਉੱਤੇ ਗੁਰਬਾਣੀ ਜੋ ਵੀ ਦਿਸ਼ਾ ਨਿਰਦੇਸ਼ ਹੋਣਗੇ, ਤੈਅ ਸ਼ਰਤਾਂ ਹੋਣਗੀਆਂ, ਨਿਯਮ ਹੋਣਗੇ, ਉਸ ਦੇ ਮੁਤਾਬਿਕ ਕਿ ਹਰ ਚੈਨਲ ਗੁਰਬਾਣੀ ਦਿਖਾ ਸਕੇਗਾ ਜਾਂ ਨਹੀਂ, ਉਸ ਨੂੰ ਲੈ ਕੇ ਕੋਈ ਗੱਲ ਅੱਗੇ ਵਧੀ ਜਾਂ ਨਹੀਂ, ਇਸ ਦੇ ਉੱਤੇ ਵੀ ਗੱਲਬਾਤ ਹੋਏਗੀ। ਤੇ ਸਵਾਲ ਤਾਂ ਇਹ ਵੀ ਹੈ ਜਿਸ ਦੇ ਉੱਤੇ ਅੱਜ ਗੱਲਬਾਤ ਹੋਣ ਦੀ ਜ਼ਰੂਰਤ ਹੈ ਕਿ ਮੋਰਚਾ ਅਤੇ ਮਤਾ ਹੀ ਐਸਜੀਪੀਸੀ ਦੇ ਕੋਲ ਦੋ ਬਦਲ ਸੀ ਜਿਸ ਦੇ ਉੱਤੇ ਉਹਨਾਂ ਨੇ ਫੈਸਲਾ ਲਿਆ। ਉਹਨਾਂ ਨੇ ਇਹ ਵੀ ਕਿਹਾ ਕਿ ਪੰਥਕ ਰਵਾਇਤਾਂ ਦੇ ਉੱਤੇ ਹੀ ਹੁਣ ਅਸੀਂ ਅੱਗੇ ਵਧਾਂਗੇ। ਵੱਖ-ਵੱਖ ਥਾਵਾਂ ਦੇ ਉੱਤੋਂ ਆ ਕੇ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਮੋਰਚਾ ਖੋਲ੍ਹਿਆ ਜਾਵੇਗਾ ਸਰਕਾਰ ਦੇ ਖਿਲਾਫ। ਉਧਰ ਮਤਾ ਤਪਾਸ ਕੀਤਾ ਹੀ ਹੈ ਕਿ ਮੋਰਚਾ ਤੇ ਮਤਾ ਹੀ ਬਦਲ ਬਾਕੀ ਨੇ। ਅੱਜ ਗੱਲਬਾਤ ਇਸ ਦੇ ਉੱਤੇ ਤਾਂ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਵਾਂਗੇ ਅੱਜ ਦੇ ਮਹਿਮਾਨਾਂ ਦੇ ਨਾਲ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੋਲੀਟੀਕਲ ਜਮਾਤਾਂ ਨੂੰ ਅੱਜ, ਕਿਉਂਕਿ ਮਾਮਲਾ ਧਰਮ ਦੇ ਨਾਲ ਜੁੜਿਆ ਹੋਇਆ ਇਸ ਕਰਕੇ ਅਸੀਂ ਉਹਨਾਂ ਨੂੰ ਨਹੀਂ ਸੱਦਿਆ, ਬਲਕਿ ਸੱਤਾ ਧਿਰ, ਉਸ ਤੋਂ ਬਾਅਦ ਐਸਜੀਪੀਸੀ ਤੇ ਨਾਲ ਹੀ ਜਿਨ੍ਹਾਂ ਤੋਂ ਮਾਮਲੇ ਨੂੰ ਔਰ ਖਾਸ ਤੌਰ ਤੇ ਇਸ ਪੂਰੇ ਮਾਮਲੇ ਦੇ ਵਿੱਚ ਜੋ ਦਖਲਅੰਦਾਜ਼ੀ ਵਾਲਾ ਜ਼ਿਕਰ ਹੋ ਰਿਹਾ ਉਹਨਾਂ ਤੋਂ ਸਮਝਿਆ ਜਾਵੇ, ਉਹਨਾਂ ਨੂੰ ਹੀ ਇਨਵਾਈਟ ਕੀਤਾ ਹੈ। ਮੈਂ ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਣਾ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ ਰਹੇ ਨੇ। ਆਰਪੀਐਸ ਮਲਹੋਤਰਾ ਜੀ ਜੁੜ ਰਹੇ ਨੇ ਸਾਡੇ ਨਾਲ, ਆਮ ਆਦਮੀ ਪਾਰਟੀ ਨੂੰ ਰਹਿਣਗੇ। ਸਾਡੇ ਨਾਲ ਗੁਰਚਰਨ ਸਿੰਘ ਗਰੇਵਾਲ ਜੀ ਜੁੜ ਰਹੇ ਨੇ, ਐਸਜੀਪੀਸੀ ਨੂੰ ਰਿਪਰੈਜ਼ੈਂਟ ਕਰਨਗੇ। ਤੇ ਸਾਡੇ ਨਾਲ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਜੁੜ ਰਹੇ ਨੇ, ਸਾਬਕਾ ਪ੍ਰਧਾਨ ਨੇ ਐਚਐਸਜੀਐਮਸੀ ਦੇ, ਉਹਨਾਂ ਦਾ ਵੀ ਸਵਾਗਤ ਹੈ। ਦਾਦੂਵਾਲ ਸਾਹਿਬ, ਗਰੇਵਾਲ ਸਾਹਿਬ ਤੇ ਮਲਹੋਤਰਾ ਜੀ, ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ, ਕਿਉਂਕਿ ਇਜਲਾਸ ਖਤਮ ਹੋਇਆ ਹੈ ਤੇ ਉਸ ਦੇ ਵਿੱਚ ਜਿਹੜੇ ਮਤੇ ਪਾਏ ਗਏ ਤੇ ਇਸ ਦੇ ਨਾਲ ਹੀ ਇਹ ਸੋਧ ਬਿੱਲ ਨੂੰ ਖਾਰਿਜ ਕਰ ਦਿੱਤਾ ਗਿਆ। ਸ਼ੁਰੂਆਤ ਅੱਜ ਆਮ ਆਦਮੀ ਪਾਰਟੀ ਤੋਂ ਕਰਦੇ ਹਾਂ। ਆਰਪੀਐਸ ਮਲਹੋਤਰਾ ਜੀ, ਸ਼ੁਰੂਆਤ ਤੁਹਾਡੇ ਤੋਂ। ਪਹਿਲਾ ਸਵਾਲ ਇਹ, ਪੁਆਇੰਟ ਨੰਬਰ 1 ਕਿ ਬਿਲਕੁਲ ਸਿਰੇ ਤੋਂ ਜੋ ਵੀ ਸੋਧ ਬਿੱਲ ਜਾਂ ਸਰਕਾਰ ਨੇ ਗੁਰਬਾਣੀ ਦੇ ਮੁੱਦੇ ਨੂੰ ਲੈ ਕੇ ਜੋ ਵੀ ਮਤਾ ਲਿਆਉਣ ਦੀ ਜਾਂ ਬਿੱਲ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂ ਲਿਆਂਦਾ, ਉਸ ਨੂੰ ਐਸਜੀਪੀਸੀ ਨੇ ਮੁੜ ਤੋਂ ਖਾਰਿਜ ਕਰ ਦਿੱਤਾ। ਪੁਆਇੰਟ ਨੰਬਰ 2, ਐਸਜੀਪੀਸੀ ਨੂੰ ਲੱਗ ਰਿਹਾ ਹੈ ਕਿ ਇਹ ਸਿੱਧੇ ਤੌਰ ਦੇ ਉੱਤੇ ਗੁਰੂ ਘਰ ਦੇ ਕੰਮਾਂ ਦੇ ਵਿੱਚ, ਪ੍ਰਬੰਧਾਂ ਦੇ ਵਿੱਚ ਦਖਲਅੰਦਾਜ਼ੀ ਸਰਕਾਰ ਕਰ ਰਹੀ ਹੈ। ਪੁਆਇੰਟ ਨੰਬਰ 3 ਜੋ ਬਹੁਤ ਇੰਪੋਰਟੈਂਟ ਹੈ, ਗੁਰਬਾਣੀ ਦੇ ਪ੍ਰਸਾਰਣ ਵਾਲੇ ਮਸਲੇ ਦੇ ਉੱਤੇ ਬੇਸ਼ੱਕ ਤੁਹਾਨੂੰ ਸਾਥ ਮਿਲ ਰਿਹਾ ਹੋਵੇ, ਪਰ ਅੱਜ ਬੀਬੀ ਜਗੀਰ ਕੌਰ ਹੋਣ ਜਾਂ ਹੋਰ ਜਿਹੜੀਆਂ ਧਾਰਮਿਕ ਸ਼ਖਸੀਅਤਾਂ ਉੱਥੇ ਪਹੁੰਚੀਆਂ ਹੋਈਆਂ ਸੀ, ਉਹਨਾਂ ਦੇ ਵੱਲੋਂ ਸਰਕਾਰ ਦੇ ਇਸ ਕਦਮ ਦੇ ਖਿਲਾਫ ਤਾਂ ਜ਼ਰੂਰ ਬੋਲਿਆ ਗਿਆ ਹੈ। ਗੌਰਵ ਜੀ ਦੇਖੋ, ਅੱਜ ਜਿਹੜਾ ਐਸਜੀਪੀਸੀ ਦਾ ਇਹ ਇਜਲਾਸ ਇਹਨਾਂ ਨੇ ਬੁਲਾਇਆ ਜੀ, ਬਾਦਲ ਪਰਿਵਾਰ ਦੀ ਮੋਨੋਪੋਲੀ ਨੂੰ, ਗੁਰਬਾਣੀ ਪ੍ਰਚਾਰ ਦੇ ਉੱਪਰ, ਜਿਹੜਾ ਪ੍ਰਸਾਰ ਦੇ ਉੱਪਰ ਮੋਨੋਪੋਲੀ ਹੈ,
ਉਸ ਨੂੰ ਬਚਾਉਣ ਦੇ ਲਈ ਜਿਹੜਾ ਇਜਲਾਸ ਬੁਲਾਇਆ, ਇਹਦੇ ਨਾਲ ਇੱਕ ਗੱਲ ਤਾਂ ਸਿੱਧ ਹੋ ਗਈ ਕਿ ਐਸਜੀਪੀਸੀ ਜਿਹੜੀ ਆ ਉਹ ਬਾਦਲਾਂ ਦੀ ਗੁਲਾਮ ਹੈਗੀ ਹੈ। ਔਰ ਇਸ ਦੇ ਨਾਲ ਨਾ ਕੇਵਲ ਐਸਜੀਪੀਸੀ ਬਲਕਿ ਸਾਰਾ ਸਿੱਖ ਜਗਤ ਸ਼ਰਮਸਾਰ ਹੋਇਆ ਕਿ ਸਾਡੀ ਸਿਰਮੌਰ ਸੰਸਥਾ ਨੂੰ ਇਹ ਹੀ ਨਹੀਂ ਪਤਾ ਕਿ ਸਹੀ ਕੀ ਹੈ, ਗਲਤ ਕੀ ਹੈ, ਉਹ ਕਰ ਕੀ ਰਹੇ ਨੇ। ਤੁਸੀਂ ਦੇਖੋ ਕਿ ਸਰਕਾਰ ਨੇ ਕੀ ਫੈਸਲਾ ਕੀਤਾ, ਕੀ ਅਮੈਂਡਮੈਂਟ ਪਾਸ ਕੀਤੀ ਹੈ। ਇਹੀ ਨਾ ਕਿ ਗੁਰਬਾਣੀ ਜਿਹੜੀ ਹੈ ਉਹ ਫ੍ਰੀ ਟੂ 에ਅਰ ਹੋਣੀ ਚਾਹੀਦੀ ਹੈ ਔਰ ਸਾਰਿਆਂ ਲਈ ਓਪਨ ਹੋਣੀ ਚਾਹੀਦੀ ਹੈ, ਜਿਹੜਾ ਵੀ ਉਹਨੂੰ ਉਸਦਾ ਪ੍ਰਸਾਰਣ ਕਰਨਾ ਚਾਹਵੇ। ਤਾਂ ਇਸ ਵਿੱਚ ਗਲਤ ਕੀ ਹੈ? ਇਸ ਵਿੱਚ ਇਹਨਾਂ ਨੂੰ ਇਤਰਾਜ਼ ਕਿਸ ਗੱਲ ਦਾ ਹੈ, ਇਹ ਨਹੀਂ ਦੱਸ ਰਹੇ। ਔਰ ਤੁਸੀਂ ਦੇਖੋ ਕਿ ਗੁਰਬਾਣੀ ਦਾ ਜਿਹੜਾ ਪਹਿਲਾ ਸ਼ਲੋਕ ਹੈ ਸਾਡਾ, ਸ਼੍ਰੀ ਮੂਲ ਮੰਤਰ ਸਾਹਿਬ, ਉਹਦੇ 'ਚ ਲਿਖਿਆ ਹੋਇਆ ਹੈ ਕਿ ਗੁਰਬਾਣੀ ਜਿਹੜੀ ਹੈ ਗੁਰਪ੍ਰਸਾਦ ਹੈ ਜੀ, ਯਾਨੀ ਕਿ ਗੁਰੂ ਜਿਹੜਾ ਪ੍ਰਸਾਦ ਦੇ ਰੂਪ ਵਿੱਚ ਸਭ ਨੂੰ ਵੰਡਦਾ ਹੈ, ਕੋਈ ਭੇਦਭਾਵ ਨਹੀਂ ਕਰਦਾ, ਕੋਈ ਉਹਦੇ ਪੈਸੇ ਨਹੀਂ ਲੈਂਦਾ। ਠੀਕ ਹੈ। ਤੇ ਅੱਜ ਬਾਦਲ ਪਰਿਵਾਰ ਤੇ ਐਸਜੀਪੀਸੀ ਮਿਲ ਕੇ ਇਹਨੂੰ ਵਪਾਰ ਬਣਾ ਰਹੇ ਨੇ ਔਰ ਸਾਰਾ ਸਿੱਖ ਜਗਤ ਮਾਨ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰ ਰਿਹਾ ਹੈ ਔਰ ਐਸਜੀਪੀਸੀ ਉਹਦਾ ਵਿਰੋਧ ਕਰ ਰਹੀ ਹੈ। ਇਹਦੇ ਨਾਲ ਕੀ ਸਿੱਧ ਹੁੰਦਾ ਹੈ? ਮਲਹੋਤਰਾ ਸਾਹਿਬ, ਤੁਹਾਡੇ ਉੱਤੇ ਇਲਜ਼ਾਮ ਹੈ ਕਿ ਤੁਸੀਂ ਦਖਲਅੰਦਾਜ਼ੀ ਕਰ ਰਹੇ ਹੋ ਪੰਥਕ ਕੰਮਾਂ ਦੇ ਵਿੱਚ, ਪ੍ਰਬੰਧਾਂ ਦੇ ਵਿੱਚ, ਗੁਰੂ ਘਰ ਦੇ ਪ੍ਰਬੰਧਾਂ ਦੇ ਵਿੱਚ। ਦੇਖੋ, ਜੇ ਬਾਦਲ ਪਰਿਵਾਰ ਆਪਣੇ ਚਹੇਤਿਆਂ ਨੂੰ ਐਸਜੀਪੀਸੀ 'ਚ ਫਿੱਟ ਕਰੇ, ਉਹ ਕੋਈ ਦਖਲ ਨਹੀਂ ਹੈ। ਗੁਰੂ ਘਰ ਦੀ ਗੋਲਕ ਦਾ ਗਲਤ ਇਸਤੇਮਾਲ ਕਰੇ, ਉਹ ਕੋਈ ਦਖਲ ਨਹੀਂ ਹੈ। ਜਿਹੜੇ ਉੱਥੇ ਦੇ ਐਸਜੀਪੀਸੀ ਦੇ ਪ੍ਰਧਾਨ ਨੇ ਉਹਨਾਂ ਨੂੰ ਆਪਣੇ ਲਿਫਾਫਿਆਂ ਚੋਂ ਕੱਢੇ, ਉਹ ਕੋਈ ਦਖਲ ਨਹੀਂ ਹੈ। ਇੱਥੇ ਤੱਕ ਕਿ ਸਾਡੇ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਵੀ ਮਰਜ਼ੀ ਨਾਲ ਲਗਾਏ ਤੇ ਹਟਾਏ, ਉਹ ਕੋਈ ਦਖਲ ਨਹੀਂ ਹੈ। ਔਰ ਗੁਰਬਾਣੀ ਦਾ ਆਪਣੇ ਵਪਾਰ ਦੇ ਲਈ ਇਸਤੇਮਾਲ ਕਰੇ, ਉਹ ਕੋਈ ਦਖਲ ਨਹੀਂ ਹੈ। ਠੀਕ ਹੈ। ਔਰ ਦਖਲ ਕੀ ਹੈ ਕਿ ਜੇ ਸਰਕਾਰ ਕਹਿੰਦੀ ਹੈ ਕਿ ਗੁਰਬਾਣੀ ਦਾ ਪ੍ਰਸਾਰ ਜਿਹੜਾ ਹੈ, ਪ੍ਰਚਾਰ ਜਿਹੜਾ ਹੈ ਉਹ ਮੁਫਤ ਹੋਣਾ ਚਾਹੀਦਾ ਔਰ ਫ੍ਰੀ ਹੋਣਾ ਚਾਹੀਦਾ, ਕੀ ਇਹ ਦਖਲ ਹੈ? ਔਰ ਤੁਸੀਂ ਕਿਰਪਾ ਕਰਕੇ ਇਹਨਾਂ ਤੋਂ ਇਹ ਪੁੱਛ ਲਓ ਕਿ ਅੱਜ ਜਿਹੜਾ ਇਹਨਾਂ ਨੇ ਇਹ ਇਜਲਾਸ ਸੱਦਿਆ ਸੀਗਾ, ਇਹਦੇ ਵਿੱਚ ਗੁਰਬਾਣੀ ਦੇ ਪ੍ਰਸਾਰਣ ਦੇ ਲਈ ਇਹਨਾਂ ਨੇ ਕੀ ਫੈਸਲਾ ਲਿੱਤਾ ਔਰ ਜਿਹੜਾ ਮੋਰਚਾ ਵਿੱਢਣ ਦੀ ਗੱਲ ਕਰ ਰਹੇ ਨੇ ਉਹਦਾ ਕੀ ਨਾਮ ਰੱਖਣਗੇ ਕਿ ਬਾਦਲ ਦਾ ਵਪਾਰ ਬਚਾਓ ਮੋਰਚਾ। ਠੀਕ ਹੈ, ਚਲੋ ਆਪਾਂ ਜਵਾਬ ਲਵਾਂਗੇ। ਸਰ, ਤੁਹਾਡੀ ਗੱਲ ਆ ਗਈ ਹੈ। ਗੁਰਚਰਨ ਗਰੇਵਾਲ ਜੀ ਸਾਡੇ ਨਾਲ ਜੁੜ ਚੁੱਕੇ ਨੇ। ਗਰੇਵਾਲ ਸਾਹਿਬ, ਉਮੀਦ ਹੈ ਤੁਹਾਡੇ ਤੱਕ ਆਵਾਜ਼ ਪਹੁੰਚ ਰਹੀ ਹੋਏਗੀ। ਜਨਰਲ ਸਕੱਤਰ ਦੇ ਐਸਜੀਪੀਸੀ ਸਾਡੇ ਨਾਲ ਜੁੜੇ ਹੋਏ ਨੇ। ਗਰੇਵਾਲ ਸਾਹਿਬ, ਦੋ ਚੀਜ਼ਾਂ, ਇੱਕ ਤਾਂ ਸਰਕਾਰ ਜਾਂ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਜੋ ਐਲੀਗੇਸ਼ਨਸ ਲਗਾ ਰਹੇ ਨੇ ਉਸ ਦੇ ਉੱਤੇ ਤੁਸੀਂ ਜਵਾਬ ਦੇਵੋਗੇ, ਪਰ ਸੰਗਤ ਇਹ ਸਮਝਣਾ ਚਾਹੁੰਦੀ ਹੈ ਕਿ ਇਜਲਾਸ ਦੇ ਵਿੱਚ ਜੋ ਮਤਾ ਲਿਆਂਦਾ ਗਿਆ ਕਿ ਵਾਕਈ ਉਸ ਤਰੀਕੇ ਨਾਲ ਅਹਿਮੀਅਤ ਹੈ ਕਿ ਸੋਧ ਬਿੱਲ ਦੇ ਖਿਲਾਫ ਉਸ ਦੀ ਕਾਟ ਬਣ ਸਕੇਗਾ, ਉਸ ਨੂੰ ਕਾਊਂਟਰ ਕਰ ਸਕੇਗਾ। ਦੇਖੋ ਗੌਰਵ ਜੀ, ਬੜਾ ਹੀ ਗੰਭੀਰ ਮਾਮਲਾ ਹੈ। ਬਿਲਕੁਲ। ਤੇ ਇਹੋ ਜਿਹੇ ਹਾਲਾਤ ਵਿੱਚ ਇਹ ਜਾ ਕੇ ਖੜ ਗਏ ਆ ਵੀ ਨਾ ਹੁਣ ਇਹਨੂੰ ਛੱਡ ਸਕਦੇ ਆ ਤੇ ਨਾ ਹੁਣ ਇਹਨੂੰ ਖਾ ਸਕਦੇ ਆ। ਮਲਹੋਤਰਾ ਸਾਹਿਬ ਵਿਚਾਰੇ ਫਸ ਜਾਂਦੇ ਆ ਕਿਉਂਕਿ ਵੇਖੋ ਇਹ ਕਹਿੰਦੇ ਜੀ ਵੀ ਸ਼ਰਮਸ਼ਾਰ ਹੋਏ ਆ, ਤੇ ਸ਼ਰਮਸ਼ਾਰ ਤਾਂ ਸਾਰਾ ਪੰਜਾਬ ਆ ਮਲਹੋਤਰਾ ਸਾਹਿਬ। ਜੋ ਪੰਜਾਬ ਦੇ ਅੱਜ ਹਾਲਾਤ ਨੇ ਸ਼ਰਮਸ਼ਾਰ ਆ। ਤੁਸੀਂ ਮੈਨੂੰ ਆਪਦੇ ਦਿਲ ਤੇ ਹੱਥ ਰੱਖ ਕੇ ਦੱਸੋ ਕਿ ਤੁਸੀਂ ਜਦੋਂ ਘਰੋਂ ਨਿਕਲਦੇ ਹੋ, ਤੁਹਾਡਾ ਬੱਚਾ ਨਿਕਲਦਾ, ਤੁਹਾਡੇ ਪਰਿਵਾਰ ਵਾਲਾ ਨਿਕਲਦਾ, ਤੇ ਤੁਹਾਡੇ ਮਨ ਦੇ ਅੰਦਰ ਭੈ ਹੈ ਕਿ ਨਹੀਂ ਹੈ ਵੀ ਮੁੜ ਕੇ ਆਏਗਾ ਕਿ ਨਹੀਂ ਆਏਗਾ? ਸਰ, ਬੇਨਤੀ ਹੈ ਅੱਜ ਦੇ ਮੁੱਦੇ ਤੇ ਆਓ। ਗੱਲ ਸੁਣ ਲਓ, ਅੱਜ ਦੇ ਮੁੱਦੇ ਤੇ ਆਓ। ਤੁਸੀਂ ਰਾਜ ਕਰ ਰਹੇ ਹੋ, ਤੁਹਾਡਾ ਮੁੱਦਾ, ਤੁਸੀਂ ਕੌਣ ਹੁੰਦੇ ਹੋ? ਸਾਰਾ ਪੰਜਾਬ ਜਾਣਦਾ, ਪੰਜਾਬ ਬਹੁਤ ਸੇਫ ਸਥਿਤੀ ਹੈ। ਕਿਰਪਾ ਕਰਕੇ ਸਰ ਬੇਨਤੀ ਹੈ ਅੱਜ ਦੇ ਮੁੱਦੇ ਤੇ ਆਓ। ਠੀਕ ਹੈ, ਚਲੋ ਇੱਕ ਇੱਕ ਕਰਕੇ ਮਲਹੋਤਰਾ ਜੀ, ਇੱਕ ਕਰਕੇ ਆਪਾਂ ਉਹਨਾਂ ਨੂੰ ਗੱਲ ਰੱਖ ਲੈਣ ਦਿਓ। ਇੱਕ ਕਰਕੇ ਲੋਕਾਂ ਨੂੰ ਸਮਝ ਆਵੇ ਕਿ ਤੁਸੀਂ ਕਹਿਣਾ ਕੀ ਚਾਹ ਰਹੇ ਹੋ ਜਾਂ ਗਰੇਵਾਲ ਸਾਹਿਬ ਕੀ ਕਹਿਣਾ ਚਾਹੁੰਦੇ ਭੱਜ ਰਹੇ ਹੈ। ਪਲੀਜ਼ ਉਹਨਾਂ ਨੂੰ ਕਹੋ ਮੁੱਦੇ ਤੇ ਆ। ਗਰੇਵਾਲ ਸਾਹਿਬ ਚੁੱਕੇ ਮਲਹੋਤਰਾ ਸਾਹਿਬ, ਗੱਲ ਸੁਣਨ ਦੀ ਜ਼ਰੂਰਤ ਰੱਖੋ। ਮੈਂ ਤੁਹਾਡੇ 'ਚ ਦਖਲ ਨਹੀਂ ਦਿੱਤਾ। ਅੱਜ ਪੰਜਾਬ ਦੇ ਪਲੀਜ਼ ਮੈਂ ਖੜਾ ਵਾਂ ਤੇ ਡਟ ਕੇ ਖੜਾਂਗੇ। ਭੱਜਣਾ ਤੁਸੀਂ ਆ, ਤੁਹਾਡਾ ਭਗਵੰਤ ਮਾਨ ਭੱਜ ਗਿਆ। 3 ਵਾਰੀ ਤੁਸੀਂ ਇਸ ਏਜੰਡੇ ਨੂੰ ਬਦਲ ਕੇ ਪੇਸ਼ ਕੀਤਾ, ਤੁਹਾਨੂੰ ਪਤਾ ਹੀ ਨਹੀਂ ਕੀ ਇਹ ਮਾਮਲਾ ਕੀ ਆ। ਅੱਜ ਵੀ ਤੁਹਾਡਾ ਭਗਵੰਤ ਮਾਨ ਕਹਿ ਰਿਹਾ, ਕਹਿੰਦਾ ਜੀ ਇਲੈਕਸ਼ਨ ਕਮਿਸ਼ਨ, ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨੂੰ ਸ਼੍ਰੋਮਣੀ ਕਮੇਟੀ ਪੈਸਾ ਨਹੀਂ ਦਿੰਦੀ। ਉਹ ਮਲਹੋਤਰਾ ਸਾਹਿਬ, ਕੁਛ ਤਾਂ ਸ਼ਰਮ ਕਰੋ ਯਾਰ। ਤੁਹਾਡੇ ਸਰ ਅੱਜ ਦੇ ਮੁੱਦੇ ਤੇ ਆਓ ਪਲੀਜ਼ ਅੱਜ ਦੇ ਮੁੱਦੇ ਤੇ ਆਓ। ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ। ਮੁੱਦਾ ਉਹੀ ਆ,
ਤੁਸੀਂ ਗੁੰਮਰਾਹ ਕਰ ਰਹੇ ਹੋ, ਤੁਸੀਂ ਆਪ ਮੁੱਦੇ ਤੋਂ ਭੱਜ ਰਹੇ ਹੋ। ਠੀਕ ਆ, ਚਲੋ ਆਪਾਂ ਇਸ਼ੂ ਦੇ ਉੱਤੇ ਤਾਂ ਰਹਿਣਾ। ਇੱਕ ਵਾਰੀ ਮਲਹੋਤਰਾ ਜੀ ਕੰਪਲੀਟ ਕਰ ਲੈਣ ਦਿਓ ਉਹਨਾਂ ਨੂੰ। ਤੁਸੀਂ ਆਪਣੀ ਗੱਲ ਰੱਖ ਲਿਓ। ਠੀਕ ਹੈ ਗਰੇਵਾਲ ਸਾਹਿਬ, ਕੰਪਲੀਟ ਕਰ ਲਓ ਤੁਸੀਂ ਗੱਲ। ਆਪਾਂ ਪੁਆਇੰਟ ਦੇ ਉੱਤੇ ਰਹੀਏ। ਮੈਂ ਰਿਕੁਐਸਟ ਜ਼ਰੂਰ ਕਰਾਂਗਾ ਕਿ ਜਿਸ ਦੇ ਉੱਤੇ ਡਿਬੇਟ ਹੈ ਮੁੱਦੇ ਦੇ ਉਸ ਦੇ ਉੱਤੇ ਹੀ ਰਹੀਏ। ਗਰੇਵਾਲ ਸਾਹਿਬ, ਗੱਲ ਕਰਨੀ ਚਾਹੁੰਦੇ ਹੋ ਤਾਂ ਇਹਨਾਂ ਨੂੰ ਕਿਰਪਾ ਕਰਕੇ ਕਹਿ ਦਿਓ ਇਹਨਾਂ ਨੂੰ ਮਿਲ ਕੇ ਟਾਈਮ ਦੇ ਦਿਓ, ਜਿੰਨਾ ਮੈਨੂੰ ਦੇਣਾ ਉਹਨਾਂ ਤੋਂ ਵੱਧ ਇਹਨਾਂ ਨੂੰ ਦੇ ਦਿਓ। ਪਰ ਠੀਕ ਹੈ, ਤੁਸੀਂ ਬਿਲਕੁਲ ਸਿਆਣੀ ਗੱਲ ਕਰ ਰਹੇ ਹੋ। ਇੱਕ ਇੱਕ ਕਰਕੇ ਗੱਲ ਕਰਦੇ ਰਹੀਏ, ਲੋਕਾਂ ਤੱਕ ਪਹੁੰਚੇ ਗੱਲ। ਦਾਦੂਵਾਲ ਜੀ ਵੀ ਜੁੜੇ ਹੋਏ ਨੇ, ਉਹ ਵੀ ਇੰਤਜ਼ਾਰ ਕਰ ਰਹੇ ਹੋਣਗੇ। ਤੁਸੀਂ ਫੈਸਲਾ ਕਰਨਾ ਸੀ ਕਰ ਲਿਆ। ਜੀ ਗਰੇਵਾਲ ਸਾਹਿਬ, ਤੁਸੀਂ ਕੰਪਲੀਟ ਕਰ ਲਓ ਤੁਹਾਡੀ ਗੱਲ ਕੰਪਲੀਟ। ਇਹਨਾਂ ਦੀ ਕਈ ਹੋਈ ਗੱਲ ਕੀਤੀ ਹੈ, ਕਹਿੰਦੇ ਸ਼ਰਮਸ਼ਾਰ ਆ ਇਹ ਕਿਉਂ ਕਹਿੰਦੇ ਜੀ ਇਹਨਾਂ ਕੋਲ ਕੀ ਅਧਿਕਾਰ ਆ ਸ਼ਰਮਸ਼ਾਰ ਕਰਨ ਦਾ। ਇਹ ਕਹਿੰਦਾ ਸਹੀ ਹੋਇਆ ਗਲਤ ਹੋਇਆ। ਫ੍ਰੀ ਟੂ ਏਅਰ ਸਭ ਤੋਂ ਵੱਡਾ ਝੂਠ। ਅੱਜ ਭਗਵੰਤ ਮਾਨ ਇਸ ਰੁਤਬੇ ਤੇ ਬੈਠ ਕੇ ਬੋਲ ਰਿਹਾ ਕਹਿੰਦਾ ਜਿਹੜੀ ਫ੍ਰੀ ਟੂ ਏਅਰ ਨਹੀਂ ਹੈਗੀ। ਹੁਣ ਮੈਨੂੰ ਦੱਸੋ ਕਿ ਪੀਟੀਸੀ ਵਾਲਾ ਜਿਹੜਾ ਕੋਈ ਐਮਡੀ ਆ, ਉਹ ਐਮਡੀ ਕਹਿੰਦਾ 1 ਕਰੋੜ ਰੁਪਇਆ ਮੇਰੇ ਤੋਂ ਲਓ, ਜੇ ਕੋਈ ਕਹਿ ਦੇਵੇ ਵੀ ਮੁੱਲ ਵਿਕੇ ਲੈ ਲਓ, ਕਿਸੇ ਨੂੰ ਦਵਾ ਦਿਓ, ਕਿਸੇ ਦਾ ਭਲਾ ਕਰ ਦਿਓ। ਹੁਣ ਮੈਨੂੰ ਇਹ ਬੜਾ ਇਹਨਾਂ ਨੇ ਮੂਲ ਮੰਤਰ ਦਵਾਇਆ, ਗੁਰਪ੍ਰਸਾਦ ਦੀ ਗੱਲ ਕੀਤੀ ਆ। ਗੋਲਕਾਂ ਦੇ ਮੈਨੂੰ ਇਹ ਗੱਲ ਕਰਦੇ ਕਹਿੰਦੇ ਗੋਲਕਾਂ ਦੀ ਗੱਲ ਕਰਦੇ ਆ। ਇਹ ਕਹਿੰਦੇ ਟੈਂਡਰ ਵਾਲੀ ਗੱਲ ਨਹੀਂ ਕੀਤੀ, ਪੀਟੀਸੀ ਵਾਲੀ ਗੱਲ ਨਹੀਂ ਕੀਤੀ। ਅੱਜ ਜਿਹੜਾ ਮੁੱਦਾ ਸੀ ਉਸ ਗੱਲ ਦਾ ਤਸਵੀਰ ਤੁਹਾਡੇ ਸਾਹਮਣੇ ਆ ਕਿ ਜਿਹੜੇ ਲੋਕ ਅਕਾਲੀ ਦਲ ਨਾਲ ਨਹੀਂ ਹੈਗੇ, ਜਿਹੜੇ ਆ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਦੇ ਨਾਲ ਵਿਚਾਰਧਾਰਕ ਤੌਰ ਤੇ ਮਤਭੇਦ ਨੇ। ਦੱਸੋ ਜੀ ਤੁਹਾਨੂੰ ਦਿਸਦਾ ਨਹੀਂ ਮਲਹੋਤਰਾ ਸਾਹਿਬ ਕਿ ਜਿੰਨੇ ਲੋਕ ਉੱਥੇ ਬੋਲੇ, ਜਿੰਨੇ ਵੱਖ-ਵੱਖ ਵਿਚਾਰਾਂ ਦੇ ਲੋਕ ਉੱਥੇ ਬੋਲੇ ਪਲੇਟਫਾਰਮ ਤੇ, ਸਭ ਨੇ ਤੁਹਾਨੂੰ ਲਾਹਨਤ ਪਾਈ ਆ। ਉਹ ਤੁਹਾਨੂੰ ਨਹੀਂ ਸੁਣਦੀ ਤਾਂ ਵੱਖਰੀ ਗੱਲ ਆ। ਤੁਸੀਂ ਸਿਰਫ ਆਪਣਾ ਫੋਬੀਆ ਬਣਾਇਆ, ਸਿਰਫ ਤੇ ਸਿਰਫ ਇੱਕ ਬਾਦਲ ਸਾਹਿਬ ਨੂੰ, ਬਾਦਲ ਪਰਿਵਾਰ ਨੂੰ ਇਹ ਸੋਚ ਰਹੇ ਹੋ ਕਿ ਇਹਨਾਂ ਦੇ ਸਿਰ ਤੇ ਸਾਡੀ ਬੜੀ ਪਤਾ ਲੱਗ ਜੂਗੀ। ਉਹ ਤੁਸੀਂ ਕੁਝ ਆਪਣਾ ਵੀ ਕਰ ਲਓ ਨਾ। ਉਹ ਜਿਹੜਾ ਕੁਝ ਠੀਕ ਹੈ, ਚਲੋ ਆਪਾਂ ਜਵਾਬ ਲੈਣੇ ਆ ਸਰ, ਜਵਾਬ ਲੈਣੇ। ਪੂਰੀ ਗੱਲ ਸੁਣ ਲਓ। ਠੀਕ ਹੈ, ਕਰ ਲਓ ਕੰਪਲੀਟ ਕਰ ਲਓ ਤੁਸੀਂ। ਸੰਵਿਧਾਨਕ ਤੌਰ ਤੇ ਟੋਟਲ ਗਲਤ ਆ। ਕੋਈ ਵੀ ਸਿੱਖ ਜਥੇਬੰਦੀ ਆ, ਪੀਟੀਸੀ ਵਾਲਾ ਮਾਮਲਾ 23 ਜੁਲਾਈ ਤੱਕ ਆ। ਉਸ ਤੋਂ ਪਹਿਲਾਂ ਅਸੀਂ ਫੈਸਲਾ ਕਰਾਂਗੇ। ਅਸੀਂ ਅੱਜ ਨਹੀਂ ਮੁੱਕਰੇ, ਨਾ ਅੱਜ ਦਾ ਏਜੰਡਾ ਸੀ। ਅੱਜ ਦਾ ਏਜੰਡਾ ਸੀ ਕਿ ਸ਼੍ਰੋਮਣੀ ਕਮੇਟੀ ਦੇ ਧਾਰਾ ਦੇ ਵਿੱਚ ਅਮੈਂਡਮੈਂਟ ਐਕਟ ਦੇ ਵਿੱਚ ਅਮੈਂਡਮੈਂਟ ਕੋਈ ਨਹੀਂ ਕਰ ਸਕਦਾ। ਇਹਨਾਂ ਨੇ ਜੋ ਕੀਤਾ ਇਹ ਗਲਤ ਕੀਤਾ ਤੇ ਸਿਰਫ ਇੱਕ ਪੋਲੀਟੀਕਲ ਵੈਂਡੇਟਾ ਜਿਹੜਾ ਕਿ ਨਹੀਂ ਹੋ ਸਕਦਾ। ਸਾਰੀ ਦੁਨੀਆ ਨੇ, ਸਭ ਜਥੇਬੰਦੀਆਂ ਨੇ, ਇਹਨਾਂ ਦੇ ਵੀ ਕੋਈ ਨੇੜੇ ਹੋਣਗੇ, ਉਹਨਾਂ ਨੇ ਵੀ ਇਹਨਾਂ ਨੂੰ ਲਾਹਨਤ ਪਾਈ ਆ। ਜੇ ਸੁਣ ਲੈਣ ਤਾਂ ਭਲਾ ਵਾ, ਜੇ ਨਹੀਂ ਸੁਣਨਗੇ ਤਾਂ ਫਿਰ ਆਉਣ ਵਾਲਾ ਸਮਾਂ ਇਹਨਾਂ ਨੂੰ ਸਾਹਮਣਾ ਕਰਨਾ ਪਏਗਾ। ਠੀਕ ਹੈ, ਆਰਪੀਐਸ ਜੀ ਤੋਂ ਜਵਾਬ ਲਵਾਂਗੇ, ਪਰ ਉਸ ਤੋਂ ਪਹਿਲਾਂ ਆਪਾਂ ਰੁਕ ਕਰਦੇ ਹਾਂ ਦਾਦੂਵਾਲ ਜੀ ਦਾ। ਜਥੇਦਾਰ ਦਾਦੂਵਾਲ ਜੀ ਸਾਡੇ ਨਾਲ ਜੁੜੇ ਹੋਏ ਨੇ। ਦਾਦੂਵਾਲ ਜੀ, ਮਤੇ ਦੀ ਅਹਿਮੀਅਤ ਤੁਸੀਂ ਕਿੰਨੀ ਸਮਝਦੇ ਹੋ? ਤੁਹਾਨੂੰ ਲੱਗਦਾ ਹੈ ਕਿ ਐਸਜੀਪੀਸੀ ਨੇ ਇਸ ਇਜਲਾਸ ਦੇ ਦੌਰਾਨ ਬਿਲਕੁਲ ਸਹੀ ਤੇ ਢੁਕਵਾਂ ਕਦਮ ਚੁੱਕਿਆ? ਲੱਗਦਾ ਗੱਲ ਬਣ ਜਾਏਗੀ ਇਸ ਮਤੇ ਦੇ ਨਾਲ? ਗੌਰਵ ਜੀ, ਮੈਂ 2-3 ਪੁਆਇੰਟਾਂ ਤੇ ਗੱਲ ਕਰਾਂਗਾ ਜਿਹੜੇ ਕੁਐਸਚਨ ਤੁਸੀਂ ਰੱਖੇ ਆ ਤੇ ਅੱਜ ਦੀ ਡਿਬੇਟ ਦਾ ਹਿੱਸਾ ਰੱਖਿਆ, ਜਿਹੜੇ ਪੁਆਇੰਟ ਰੱਖੇ ਆ। ਜੀ ਤੇ ਕਿਰਪਾ ਕਰਕੇ ਕੋਈ ਵੀ ਬੁਲਾਰਾ ਜਿਹੜਾ ਉਹ ਵਿੱਚ ਨਾ ਬੋਲੇ। ਸਾਰਿਆਂ ਦਾ ਮੈਂ ਸਤਿਕਾਰ ਕਰਦਾ ਤੇ ਆਪਣੇ ਸਮੇਂ ਦੇ ਵਿੱਚ ਉਹਨਾਂ ਨੇ ਜੋ ਵੀ ਕਹਿਣਾ ਹੋਊਗਾ ਕਹਿ ਲੈਣਾ। ਪਹਿਲੀ ਗੱਲ ਤਾਂ ਇਹ ਹੈ ਜਿਹੜੀ ਤੁਸੀਂ ਕਹੀ ਆ ਮਤੇ ਦੀ ਔਰ ਮੋਰਚੇ ਦੀ, ਦੋ ਹੀ ਗੱਲਾਂ ਨੇ, ਮਤਾ ਔਰ ਮੋਰਚਾ। ਬਿਲਕੁਲ। ਮੈਂ ਸਿਰਫ ਇੰਨੀ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸਰਮੌਰ ਸੰਸਥਾ ਵਾ। ਕੋਈ ਦੋ ਰਾਮਾਂ ਨਹੀਂ ਆ, ਕੋਈ ਮੁਨਕਰ ਨਹੀਂ ਆ। ਸ਼੍ਰੋਮਣੀ ਅਕਾਲੀ ਦਲ ਸਾਡੀ ਵਾਹਦ ਜਥੇਬੰਦੀ ਆ, ਕੋਈ ਮੁਨਕਰ ਨਹੀਂ ਆ। ਪਰ ਮੌਜੂਦਾ ਜਿਹੜਾ ਸਿਸਟਮ ਆ ਗਿਆ, ਜਿਹੜੇ ਮੌਜੂਦਾ ਪ੍ਰਬੰਧਕ ਨੇ, ਉਹਨਾਂ ਨੇ ਇਸ ਨਿਗਾਰ ਤੱਕ ਲੈ ਗਏ ਕਿ ਅੱਜ ਕੋਈ ਵੀ ਇੰਨੀਆਂ ਚੋਰ ਮੋਰੀਆਂ ਜਾਂ ਚੋਰ ਦਰਵਾਜ਼ੇ ਰੱਖਦੇ ਕਿ ਜਿਨ੍ਹਾਂ ਰਾਹੀਂ ਕੋਈ ਵੀ ਸਰਕਾਰ ਦਖਲ ਦੇਣ ਦੇ ਵਿੱਚ ਕੋਈ ਗੁਰੇਜ਼ ਨਹੀਂ ਕਰਦੀ, ਚਾਹੇ ਉਹ ਕੇਂਦਰ ਹੋਵੇ ਤੇ ਚਾਹੇ ਉਹ ਸਟੇਟ ਹੋਵੇ। ਇਹ ਗਲਤੀਆਂ ਸਾਡੀਆਂ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਦਣ ਮਤਾ ਨਹੀਂ ਪਾਇਆ ਜਿੱਦਣ ਬਾਦਲਾਂ ਨੇ ਸਾਰੀ ਆਪਣੇ ਹੱਥ 'ਚ ਪਾਵਰ ਲੈ ਕੇ ਜਥੇਦਾਰਾਂ ਨੂੰ ਜਿਸ ਤਰ੍ਹਾਂ ਬਦਲਿਆ, ਚੌਕੀਦਾਰਾਂ ਨੂੰ ਭੈੜਾ ਹਾਲ ਕੀਤਾ। ਸ਼੍ਰੋਮਣੀ ਕਮੇਟੀ ਨੇ ਉਦਣ ਮਤਾ ਨਹੀਂ ਪਾਇਆ, ਮੈਂ ਦੂਰ ਨਾ ਜਾਵਾਂ, ਜਿੱਦਣ ਸਿੱਖ ਨੌਜਵਾਨਾਂ ਦੇ ਕਾਤਲ ਡੀਜੀਪੀ ਸਮੇਧ ਸੈਣੀ ਨੂੰ ਲਾਇਆ ਗਿਆ, ਉਦਣ ਸ਼੍ਰੋਮਣੀ ਕਮੇਟੀ ਨੇ ਮਤਾ ਨਾ ਪਾਇਆ। ਜਿੱਦਣ ਸੌਦਾ ਸਾਧ ਨੇ ਸਾਡੀਆਂ ਭਾਵਨਾਵਾਂ ਭੜਕਾਈਆਂ, ਉਦਣ ਸ਼੍ਰੋਮਣੀ ਕਮੇਟੀ ਨੇ ਮਤਾ ਨਾ ਪਾਇਆ, ਨਾ ਮੋਰਚਾ ਲਾਇਆ। ਜਦੋਂ ਸਿੱਖ ਨੌਜਵਾਨਾਂ ਨੂੰ ਫੜੋ ਫੜੀ ਕਰਕੇ ਜੇਲ੍ਹਾਂ 'ਚ ਡੱਕਿਆ, ਮੇਰੇ ਸਮੇਤ ਝੂਠੇ ਮੁਕੱਦਮੇ ਪਾ ਕੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਪਹਿਰਾ ਦਿੰਦੇ ਸੀ, ਜੋ ਬਾਈਕਾਟ ਦਾ ਜਾਰੀ ਹੋਇਆ ਸੀ ਤੇ ਅਕਾਲੀ ਦਲ ਦੀ ਸਰਕਾਰ ਸੀ ਉਦੋਂ, ਉਹਨਾਂ ਨੇ ਸਾਨੂੰ ਜੇਲ੍ਹਾਂ 'ਚ ਡੱਕਿਆ, ਮੁਕੱਦਮੇ। ਮੈਨੂੰ ਸਰਦਾਰ ਗਰੇਵਾਲ ਸਾਹਿਬ ਬਾਅਦ 'ਚ ਦੱਸ ਦੇਣ ਕੋਈ ਪੰਜਾਬ ਦੀ ਜੇਲ੍ਹ ਹੈ ਜਿਹੜੀ ਮੈਨੂੰ ਨਹੀਂ ਦਿਖਾਈ ਇੱਕ ਧਰਮ ਪ੍ਰਚਾਰ ਕਰਦੇ ਨੂੰ। ਕਪੂਰਥਲਾ ਦੀ ਜੇਲ੍ਹ, ਅੰਮ੍ਰਿਤਸਰ ਦੀ ਜੇਲ੍ਹ, ਬਠਿੰਡੇ ਦੀ ਜੇਲ੍ਹ, ਫਰੀਦਕੋਟ ਦੀ ਜੇਲ੍ਹ,
ਹੁਸ਼ਿਆਰਪੁਰ ਦੀ ਜੇਲ੍ਹ ਕੋਈ ਛੱਡੀ ਹੈ ਪੰਜਾਬ ਦੀ ਜੇਲ੍ਹ। ਮੈਂ ਧਰਮ ਪ੍ਰਚਾਰ ਤੇ ਜਾਂਦਾ ਸੀ ਤੇ ਸੌਦਾ ਸਾਹਿਬ ਦੇ ਸਾਰੇ ਤੇ ਧਰਮ ਪ੍ਰਚਾਰ ਰੋਕ ਕੇ ਮੈਨੂੰ ਡਿਟੇਨ ਕਰ ਲੈਂਦੇ ਸੀ, ਮੁਕੱਦਮੇ ਪਾ ਕੇ ਜੇਲ੍ਹਾਂ 'ਚ ਡੱਕ ਦਿੰਦੇ ਸੀ ਤੇ ਸੌਦਾ ਸਾਹਿਬ ਦੀ ਪੁਸਤ ਪਣਾਈ ਹੁੰਦੀ ਸੀ। ਉਦੋਂ ਸ਼੍ਰੋਮਣੀ ਕਮੇਟੀ ਨੇ ਮਤਾ ਨਾ ਪਾਇਆ। ਜਿਸ ਵੇਲੇ ਗੁਰਬਾਣੀ ਦੀ ਬੇਅਦਬੀ ਹੋਈ, ਬਰਗਾੜੀ ਬੇਅਦਬੀ ਕਾਂਡ ਹੋਇਆ, ਸਤਿਗੁਰ ਦੇ ਸਰੂਪ ਚੋਰੀ ਹੋ ਗਏ, ਸ਼੍ਰੋਮਣੀ ਕਮੇਟੀ ਨੇ ਮਤਾ ਨਾ ਪਾਇਆ। ਇਨਸਾਫ ਮੰਗਦੇ ਸਿੱਖ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਕੋਟਕਪੂਰੇ ਬੈਠੇ ਸੀ ਸੰਤ ਮਹਾਪੁਰਸ਼ ਪ੍ਰਚਾਰਕ, ਉਹਨਾਂ ਚੋਂ ਕਈ ਅੱਜ ਇਹਨਾਂ ਦੇ ਨਾਲ ਵੀ ਹੋਣਗੇ, ਪਰ ਉਹਨਾਂ ਦੇ ਗੰਦੇ ਪਾਣੀ ਦੀਆਂ ਵਿਛਾੜਾਂ ਡਾਂਗਾ ਮਾਰੀਆਂ ਗਈਆਂ ਤੇ ਉਦੋਂ ਮਤਾ ਨਾ ਪਾਇਆ। 2 ਸਿੱਖ ਸ਼ਹੀਦ ਕਰ ਦਿੱਤੇ ਬਾਈਬਲ ਕਲਾਂ ਇਨਸਾਫ ਮੰਗਦੇ, ਉਦੋਂ ਮਤਾ ਨਾ ਪਾਇਆ। ਮੈਂ ਇਹ ਉਦੋਂ ਮੋਰਚਾ ਨਾ ਲਾਇਆ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਦੇਖੋ ਤੁਸੀਂ ਇਹ ਗੱਲ ਕਹੀ ਆ, ਦੂਸਰੇ ਪੁਆਇੰਟ ਤੇ ਆਵਾਂ ਕਿ ਤੁਸੀਂ ਇਹ ਗੱਲ ਕਹੀ ਹੈ ਕਿ ਇਹ ਵਿਧਾਨ ਸਭਾ ਦੇ ਮਤੇ ਨੂੰ ਚੈਲੰਜ ਕਰ ਸਕਦਾ, ਕਿਉਂ ਨਹੀਂ ਕਰ ਸਕਦਾ? ਮੈਂ ਕਹਿਣਾ, ਪਰ ਜੇ ਉਹ ਦ੍ਰਿੜਤਾ, ਉਹ ਸਿਧਾਂਤ ਹੋਵੇ, ਜੇ ਉਹਦੇ ਤੇ ਪਹਿਰਾ ਦਿੱਤਾ ਜਾਵੇ ਕਿ ਜੇ ਕੇਵਲ ਗਿੱਦੜ ਧਮਕੀ ਹੋਵੇ ਤਾਂ ਕੁਝ ਨਹੀਂ ਹੋ ਸਕਦਾ। ਕਿਉਂ? ਕਾਰਨ ਕੀ ਆ ਕਿ ਜਿਹੜੇ ਮੋਰਚੇ ਲਾਉਣ ਵਾਲੇ ਅਕਾਲੀ ਸੀ ਉਹ ਇੱਕ ਇੱਕ ਕਰਕੇ ਕੱਢ ਦਿੱਤੇ। ਅੱਜ ਸਰਦਾਰ ਗਰੇਵਾਲ ਸਾਹਿਬ ਵੀ ਸ਼ਾਇਦ ਸਹਿਮਤ ਹੋਣਗੇ, ਕਿੰਨੇ ਕੁ ਅਸੀਂ ਅਕਾਲੀ ਬਚਾਏ ਆ ਜਿਹੜੇ 5 ਕਕਾਰੀ ਮਰਜ਼ਾਦਾ ਤੇ 5 ਬਾਣੀਆਂ ਦੇ ਨਿਤਨੇਮੀ ਆ। ਕਸ਼ਹਿਰਿਆਂ ਵਾਲੇ ਅਕਾਲੀ ਸੀ ਜਿਹੜੇ ਲੱਕ ਨੂੰ ਕਸ਼ਹਿਰਾ ਬੰਨ੍ਹ ਕੇ ਤੁਰ ਪੈਂਦੇ ਸੀ ਪੰਥ ਦੇ ਮੋਰਚੇ 'ਚ, ਜੇਲ੍ਹਾਂ ਡਾਂਗਾਂ ਦੀ ਕੋਈ ਪਰਵਾਹ ਨਹੀਂ ਸੀ ਕਰਦੇ, ਜ਼ਿੰਦਗੀ ਦੀ ਪਰਵਾਹ ਨਹੀਂ ਸੀ ਕਰਦੇ। ਤੇ ਅੱਜ ਜਦੋਂ ਕਸ਼ਹਿਰਿਆਂ ਵਾਲੇ ਅਕਾਲੀ ਨਹੀਂ ਰਹੇ, ਦਸਤਾਰਾਂ ਵਾਲੇ ਅਕਾਲੀ ਨਹੀਂ ਰਹੇ, ਅੱਜ ਉਹ ਜਿਹੜੇ ਜ਼ੀਰੋ ਕੱਟ ਵਾਲੇ ਸੀ ਅਕਾਲੀ ਬਣਾ ਲਏ, ਕਸ਼ਹਿਰਿਆਂ ਤੋਂ ਰਹਿਤ, 5 ਕਕਾਰਾਂ 5 ਬਾਣੀਆਂ ਤੋਂ ਰਹਿਤ। ਮੇਰੀ ਗੱਲ ਪੂਰੀ ਹੋ ਲੈਂਦੇ ਹੋ ਗੌਰਵ ਜੀ। ਤੇ ਅੱਜ ਮੋਰਚਾ, ਜਦੋਂ ਅਕਾਲੀ ਦਲ ਦੇ ਵਿੱਚ ਏਦਾਂ ਦੇ ਯੋਧੇ ਸੀ ਉਦੋਂ ਮੋਰਚੇ ਲੱਗੇ, ਸਫਲ ਹੋਏ। ਜਦੋਂ ਚਿੰਤਨ ਅਕਾਲੀ ਦਲ ਦੇ ਅਕਾਲ ਤਖਤ ਤੇ ਹੋਏ, ਤੇਜਾ ਸਿੰਘ ਸਮੁੰਦਰੀ ਹਾਲ 'ਚ ਹੋਏ ਤੇ ਸ਼੍ਰੀ ਅਨੰਦਪੁਰ ਸਾਹਿਬ ਹੋਏ। ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਚਿੰਤਨ ਗੋਆ ਦੀ ਬੀਚ ਤੇ ਹੋਣ ਲੱਗ ਗਏ, ਆਪਣਾ ਸਿਮਲੇ ਦੀਆਂ ਹਸੀਨ ਵਾਦੀਆਂ ਤੇ ਹੋਣ ਲੱਗ ਗਏ, ਉਹ ਮੋਰਚੇ ਵਾਲੇ ਅਕਾਲੀ ਨਹੀਂ ਆਪਣੇ ਤੌਰ ਤੇ, ਚਾਹੇ ਕੋਈ ਸਿਮਲਾ ਦੇਖੇ, ਚਾਹੇ ਗੋਆ ਦੇਖੇ। ਨਹੀਂ, ਫਿਰ ਤੁਹਾਡੇ ਬਿਆਨ ਦਾ ਤਾਂ ਇਹ ਮਤਲਬ ਜ਼ਰੂਰ ਕੱਢਿਆ ਜਾ ਸਕਦਾ ਹੈ ਕਿ ਮੌਜੂਦਾ ਵਾਲਾ ਮੋਰਚਾ ਕਾਮਯਾਬ ਹੋਣਾ ਔਖਾ ਹੈ, ਮੁਸ਼ਕਿਲ ਹੈ। ਨਹੀਂ, ਪਰ ਇੱਕ ਬੇਨਤੀ ਕਰਨਾ, ਜੇਕਰ ਅੱਜ ਵੀ ਸਿਧਾਂਤਕ ਅੱਜ ਮੋਰਚਾ ਲਾ ਕਾਹਦੇ ਤੇ ਰਹੇ ਆ ਕਿ ਬਾਦਲ ਪਰਿਵਾਰ ਦਾ ਵਪਾਰ ਬਚਾਉਣ ਵਾਸਤੇ। ਮੋਰਚਾ ਜਦੋਂ ਲਾਉਣਾ ਸੀ ਉਦੋਂ ਲਾਇਆ ਨਹੀਂ। ਮੈਂ ਦਾਦੂਵਾਲ ਜੀ ਉਹੀ ਪੁਆਇੰਟ, ਤੁਹਾਨੂੰ ਇਹੀ ਲੱਗਦਾ ਹੈ ਕਿ ਮਤਾ ਜਾਂ ਫਿਰ ਜਿਸ ਤਰੀਕੇ ਨਾਲ ਅਕਾਲੀ ਦਲ ਤੇ ਐਸਜੀਪੀਸੀ ਰਿਐਕਟ ਕਰ ਰਿਹਾ ਹੈ, ਇਹਦੀ ਗੱਲ ਪੂਰੀ ਹੋ ਲੈਣ ਦਿਓ ਗੌਰਵ ਜੀ। ਮੋਰਚਾ ਮਤਾ ਸਫਲ ਵੀ ਹੋ ਸਕਦਾ, ਮੋਰਚਾ ਜਿਹੜਾ ਆਪਣਾ ਮਤੇ ਦਾ ਬਦਲ ਵੀ ਹੋ ਸਕਦਾ। ਦੇਖੋ 3 ਖੇਤੀ ਕਾਨੂੰਨ ਵੀ ਤਾਂ ਵਾਪਸ ਕੇਂਦਰ ਸਰਕਾਰ ਨੇ ਲਏ ਆ, ਪਰ ਜੇ ਉਸ ਤਰ੍ਹਾਂ ਦੀ ਗੱਲ ਪੰਥ ਮਹਿਸੂਸ ਕਰੂਗਾ, ਕੌਮ ਮਹਿਸੂਸ ਕਰੂਗਾ, ਜੇ ਕੇਵਲ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਹੀ ਉਸ ਗੱਲ ਨੂੰ ਮਹਿਸੂਸ ਕਰਨਗੇ, ਕਿਉਂਕਿ ਪੰਥ ਦੇ ਮਹਿਸੂਸ ਕਰ ਰਿਹਾ ਕਿ ਇਹ ਬਾਦਲ ਪਰਿਵਾਰ ਦੇ ਵਪਾਰ ਨੂੰ ਬਚਾਉਣ ਵਾਸਤੇ ਕੀਤਾ ਜਾ ਰਿਹਾ। ਦਾਦੂਵਾਲ ਜੀ, ਤੁਸੀਂ ਕੀ ਮਹਿਸੂਸ ਕਰ ਰਹੇ ਹੋ? ਦੇਖੋ ਅਕਾਲੀ ਦਲ ਤੇ ਐਸਜੀਪੀਸੀ ਇਸ ਸਮੇਂ ਕਹਿੰਦੇ ਕਿ ਇਹ ਬਿੱਲ ਗੁਰਬਾਣੀ ਦਾ ਜ਼ਿਕਰ ਕਰਕੇ ਸਿਰਫ ਇੱਕ ਬਹਾਨਾ ਬਣਾਇਆ ਜਾ ਰਿਹਾ ਗੁਰਬਾਣੀ ਪ੍ਰਸਾਰਣ ਦਾ, ਪਰ ਇਸ ਦਾ ਮੁੱਖ ਟੀਚਾ ਹੈ ਐਸਜੀਪੀਸੀ ਦੇ ਉੱਤੇ ਕਬਜ਼ਾ ਕਰਨਾ। ਤੁਸੀਂ ਮਹਿਸੂਸ ਕੀ ਕਰਦੇ ਹੋ? ਤੁਹਾਨੂੰ ਲੱਗਦਾ ਕਿ ਗੁਰਬਾਣੀ ਪ੍ਰਸਾਰਣ ਦੇ ਲਈ ਹੈ? ਸੁਣ ਲਓ, ਪੰਥ ਮਹਿਸੂਸ ਕਰ ਰਿਹਾ। ਮੇਰੀ ਇੱਕ ਕਹਾਵਤ ਪੰਜਾਬੀ ਦੀ ਉਹ ਸੁਣ ਲਿਓ, ਕਹਿੰਦੇ ਕੀਤੀਆਂ ਦੁੱਲੇ ਦੀਆਂ ਪੇਸ ਲੱਦੀ ਦੇ ਆਈਆਂ। ਦੁੱਲੇ ਨੂੰ ਪਾਸੇ ਕਰ ਦੋ, ਲੱਦੀ ਬਾਜੂ, ਕੌਮ ਬਾਜੂ, ਸੰਸਥਾਵਾਂ ਬਾਜਣਗੀਆਂ। ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਐਲਾਨ ਕਰਦੇ ਕਿ ਜਿੰਨੀ ਸੇਵਾ ਕਰ ਲਈ ਵਾਹ ਭਲਾ ਗੁਰੂ ਮਨਜ਼ੂਰ ਕਰੇ, ਤੇ ਇਹ ਜਿਹੜਾ ਪੀਟੀਸੀ ਤੇ ਮੈਂ ਕਰਨਾ ਹੀ ਨਹੀਂ ਹੈ, ਜਿਹੜਾ ਮਰਜ਼ੀ ਕਰ ਲਵੇ, ਜੇ ਕੋਈ ਨਾ ਕਰੂਗਾ ਤੇ ਅਸੀਂ ਪੀਟੀਸੀ ਤੇ ਕਰ ਦਾਂਗੇ। ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰ ਦਿਆਂਗੇ ਪੰਥ ਵੱਲੋਂ ਸਾਰੇ, ਤੇ ਨਾਲੇ ਸਾਰੇ ਮੋਰਚੇ 'ਚ ਆ ਕੇ ਖੜੇ ਹੋ ਜਾਏ। ਜੇ ਮੋਰਚੇ ਦੀ ਵੀ ਲੋੜ ਪਈ ਵੀ ਆ ਜਿਹੜਾ ਐਕਟ ਬਣਾਇਆ ਵਾਪਸ ਲੈ ਲਓ। ਜੇ ਪੀਟੀਸੀ ਦੇ ਉੱਤੋਂ ਬਾਣੀ ਦਾ ਲਾਈਵ ਟੈਲੀਕਾਸਟ ਹਟਾ ਦਿਓ, ਬਾਦਲ ਪਰਿਵਾਰ ਪਿਛਾਂਹ ਹਟਦੇ ਸਾਡੀਆਂ ਸ਼੍ਰੋਮਣੀ ਸੰਸਥਾਵਾਂ ਤੋਂ। ਜਿਵੇਂ ਮੈਂ ਪਹਿਲਾਂ ਕਹਿ ਚੁੱਕਿਆ ਕਿ ਸਾਡੀਆਂ ਸਰਮੌਰ ਸੰਸਥਾਵਾਂ ਨੇ, ਅਸੀਂ ਡਾਂਗ ਲੈ ਕੇ ਮੋਢੇ ਤੇ ਆ ਕੇ ਸਭ ਤੋਂ ਪਹਿਲਾਂ ਇਹਨਾਂ ਦੇ ਮੂਹਰੇ ਖੜਾਂਗੇ। ਗਰੇਵਾਲ ਸਾਹਿਬ ਪਿੱਛੇ ਹੋਣਗੇ। ਠੀਕ ਹੈ, ਚਲੋ ਜਵਾਬ ਲਈਏ। ਮੈਨੂੰ ਲੱਗਦਾ ਤੁਹਾਨੂੰ ਬਹੁਤ ਸਫੀਸ਼ੀਐਂਟ ਸਮਾਂ ਮਿਲਿਆ, ਤੁਸੀਂ ਬਹੁਤ ਤਫਸੀਲ ਨਾਲ ਆਪਣੀ ਗੱਲ ਰੱਖੀ ਹੈ। ਗਰੇਵਾਲ ਸਾਹਿਬ, ਮੈਂ ਮਲਹੋਤਰਾ ਹੀ ਤੁਹਾਡੇ ਕੋਲ ਆ ਰਿਹਾ। ਉਸ ਤੋਂ ਪਹਿਲਾਂ ਗਰੇਵਾਲ ਸਾਹਿਬ, ਦੇਖੋ ਪੁਆਇੰਟ ਇਹ ਹੈ ਕਿ ਘੁੰਮ ਫਿਰ ਕੇ ਗੱਲ ਆਉਂਦੀ ਹੈ ਕਿ ਜੇਕਰ ਅੱਜ ਕੋਈ ਇੰਟਰਫੇਰੈਂਸ ਤੁਹਾਨੂੰ ਲੱਗ ਰਹੀ ਹੈ ਤੇ ਇਸ ਦਾ ਜ਼ਿੰਮੇਵਾਰ ਕੌਣ ਹੈ? ਦਾਦੂਵਾਲ ਜੀ ਨੂੰ ਲੱਗਦਾ ਹੈ ਕਿ ਇਸ ਦੇ ਜ਼ਿੰਮੇਵਾਰ ਖੁਦ ਐਸਜੀਪੀਸੀ ਵਾਲੇ ਨੇ। ਦੇਖੋ ਜੀ, ਗੱਲ ਇਹ ਆ ਕਿ ਦਾਦੂਵਾਲ ਸਾਹਿਬ ਜਿਹੜਾ ਇਹਨਾਂ ਦੇ ਅੰਦਰ ਢਿੱਡ 'ਚ ਆ ਨਾ, ਉਹ ਦੱਸਣਾ ਨਹੀਂ ਚਾਹੁੰਦੇ, ਕਿਉਂਕਿ ਪਿੱਛੇ ਇਹ ਭਗਵੰਤ ਮਾਨ ਜੀ ਕੋਲ ਚਾਹ ਚੁੱਕੀ ਆਏ ਆ। ਮੇਰੇ ਤਾਂ ਮਿੱਤਰ ਨੇ, ਭਾਵੇਂ ਗੁੱਸਾ ਵੀ ਨਹੀਂ ਕਰਦੇ ਮੇਰੀ ਕੋਈ ਗੱਲ ਦਾ, ਕਿ ਕਥਾ ਇਹਨਾਂ ਨੇ ਬਹੁਤ ਲੰਬੀ ਸੁਣਾਈ ਹੈ। ਰੋਜ਼ ਜਿੱਥੇ ਵੀ ਬਹਿੰਦੇ ਇਹ ਜ਼ਰੂਰ ਸੁਣਾਉਂਦੇ ਆ। ਚਲੋ ਇਹਨਾਂ ਦੀ ਢਿੱਡ ਦੀ ਗੱਲ ਆ, ਮੈਂ ਇਹਦੇ 'ਚ ਇਹਨਾਂ ਨੂੰ ਰੋਕਦਾ ਨਹੀਂ। ਇਹ ਬਾਦਲ ਨੂੰ ਮਾੜਾ ਕਹਿ ਰਹੇ ਆ, ਫਲਾਨਾ ਜੀ, ਇਹਨਾਂ ਨੇ ਤਾਂ ਸ਼ਰੇਆਮ ਹੀ ਕਹਿ ਰਿਹਾ ਸੀ
ਵੀ ਜੇ ਬਾਦਲ ਨੂੰ ਗਾਲਾਂ ਕੱਢੋਗੇ ਤੇ ਸਾਨੂੰ 4 ਬੰਦੇ ਸੁਣਨਗੇ। ਮੈਂ ਇੱਥੇ ਬਾਦਲ ਦਾ ਕੋਈ ਇਸ਼ੂ ਨਹੀਂ, ਦੇਖੋ ਮੈਂ ਤੁਹਾਨੂੰ ਕਲੀਅਰ ਦੱਸ ਦਿਆਂ, ਮੈਂ ਇੱਥੇ ਬਾਦਲ ਦਾ, ਮੈਂ ਠੀਕ ਹੈ ਅਕਾਲੀ ਵਿਚਾਰਧਾਰਾ ਨਾਲ ਸੰਬੰਧਿਤ ਹਾਂ, ਪਰ ਮੈਂ ਸ਼੍ਰੋਮਣੀ ਕਮੇਟੀ ਦਾ ਇੱਕ ਸੇਵਾਦਾਰ ਹੋਣ ਦੇ ਨਾਤੇ ਗੱਲ ਕਰਦਾ ਕਿ ਇੱਥੇ ਬਾਦਲ ਕਰਨ ਦਾ ਕਿਉਂ ਮੁੱਦਾ ਹੀ ਨਹੀਂ। ਦੱਸੋ ਅਸੀਂ ਕਦੋਂ ਕਿਹਾ ਵੀ 23 ਤਰੀਕ ਤੋਂ ਬਾਅਦ ਕੀ ਏਜੰਡਾ? ਇਹ ਸ਼੍ਰੋਮਣੀ ਕਮੇਟੀ ਕੋਲੇ ਇਸ ਗੱਲ ਦਾ ਅਧਿਕਾਰ ਹੈ ਕਿ ਨਹੀਂ ਹੈ, ਚੁਣੇ ਹੋਏ ਕਿ ਨਹੀਂ ਹੈ? ਇਹ ਮੈਨੂੰ ਹੁਣ ਦੱਸਣਗੇ ਸਾਡੇ ਕੀ ਨਾਮ ਮਲਹੋਤਰਾ ਸਾਹਿਬ, ਬਈ ਇਹਨਾਂ ਦੇ 92 ਗੂੰਗੇ ਉੱਥੇ ਬੈਠ ਗਏ, ਉਂਗਲ ਖੜੀ ਕਰਦੇ ਆ, ਜਿਹੜਾ ਮਤਾ ਚਾਹੋਗੇ ਪਾਸ ਕਰਦੇ ਆ। ਤੇ ਅਸੀਂ ਕਹੀਏ ਨਹੀਂ ਤੁਹਾਡਾ ਤਾਂ ਪੱਲੇ ਕੁਝ ਨਹੀਂ, ਚੁਣ ਕੇ ਆਏ ਵੇ ਆ ਮਲਹੋਤਰਾ ਸਾਹਿਬ, ਚੁਣ ਕੇ ਆਏ ਵੇ ਆ, ਲਿਫਾਫੇ ਖਤਮ ਹੋ ਚੁੱਕੇ ਆ। ਨਹੀਂ ਠੀਕ ਹੈ ਗਰੇਵਾਲ ਸਾਹਿਬ, ਆਪਾਂ ਪੁਆਇੰਟ ਤੇ ਘੁੰਮ ਕੇ ਮੈਂ ਆਵਾਂ। ਤੁਸੀਂ ਠੀਕ ਹੈ 92 ਵਾਲੀ ਗੱਲ ਕਹਿ ਰਹੇ ਹੋ, ਆਰਪੀਐਸ ਜੀ ਉਸ ਦਾ ਜਵਾਬ ਨਹੀਂ। ਦੇਖੋ ਗੱਲ ਜੋ ਦਾਦੂਵਾਲ ਜੀ ਚੁੱਕ ਰਹੇ ਨੇ, ਅਕਾਲੀ ਦਲ ਤੇ ਐਸਜੀਪੀਸੀ ਨੂੰ ਲੱਗਦਾ ਕਿ ਇਹ ਪੂਰਾ ਦਖਲਅੰਦਾਜ਼ੀ ਹੈ ਜਾਂ ਕਬਜ਼ਾ ਕਰਨ ਦੀ ਕੋਸ਼ਿਸ਼ ਹੈ। ਜਿਹੜੇ ਤੁਹਾਡੇ ਵਿਰੋਧੀ ਨੇ ਇਨਕਲੂਡਿੰਗ ਦਾਦੂਵਾਲ ਜੀ, ਉਹਨਾਂ ਨੂੰ ਲੱਗਦਾ ਕਿ ਤੁਸੀਂ ਇੱਕ ਪਰਿਵਾਰ ਨੂੰ, ਇੱਕ ਚੈਨਲ ਨੂੰ ਡਿਫੈਂਡ ਕਰ ਰਹੇ ਹੋ, ਉਸ ਦੇ ਲਈ ਸਭ ਕੁਝ ਦਾਅ ਦੇ ਉੱਤੇ ਲਗਾ ਰਹੇ ਹੋ। ਅੱਜ ਦੀ ਮੀਟਿੰਗ 'ਚ ਦੱਸੋ ਪੀਟੀਸੀ ਨੂੰ ਕਿਸੇ ਨੇ ਡਿਫੈਂਡ ਕੀਤਾ ਹੋਵੇ, ਪੀਟੀਸੀ ਦਾ ਨਾਂ ਲਿਆ ਹੋਵੇ, ਪੀਟੀਸੀ ਨੂੰ ਕੋਈ ਦੇਣ ਦੀ ਗੱਲ ਕੀਤੀ ਹੋਵੇ? ਮਸਲਾ ਸਿਰਫ ਇੱਕੋ ਹੀ ਆ ਕਿ ਦੇਖੋ ਉਹਨਾਂ ਦੀ ਆਵਾਜ਼ ਨਹੀਂ ਸੁਣ ਰਹੇ। ਹੁਣ ਬੀਬੀ ਜੀਰ ਕੌਰ ਦੀ ਗੱਲ ਨੂੰ ਸੁਣ ਨਹੀਂ ਰਹੇ, ਜਿਹੜੇ ਬਾਕੀ ਜਿੰਨੇ ਬੋਲਿਆ ਸਾਰਿਆਂ ਦੀ ਗੱਲ ਨਹੀਂ ਸੁਣ ਰਹੇ, ਕਿਉਂਕਿ ਇਹਨਾਂ ਨੂੰ ਪਚਦੀ ਨਹੀਂ। ਹੁਣ ਸਾਰਿਆਂ ਨੇ ਕਿਹਾ, ਦਾਦੂਵਾਲ ਸਾਹਿਬ ਕਹਿ ਨਹੀਂ ਰਹੇ, ਭਾਵੇਂ ਕਿ ਪਹਿਲਾਂ ਕਹਿ ਚੁੱਕੇ ਆ, ਉਹ ਠੋਕ ਕੇ ਕਹਿ ਚੁੱਕੇ ਆ ਕਿ ਇਸ ਸਰਕਾਰ ਦੇ ਇਸ ਤਬਦੀਲੀ ਕਰਨ ਦੇ ਖਿਲਾਫ, ਇਸ ਮਤੇ ਦੇ ਖਿਲਾਫ ਆ, ਅਸੀਂ ਡਟ ਕੇ ਖਿਲਾਫ ਆ। ਦਾਦੂਵਾਲ ਸਾਹਿਬ ਬੋਲਦੇ ਨਹੀਂ, ਇਹਨਾਂ ਨੇ ਗਾਣਾ ਸੁਣਾਇਆ, ਸੁਣ ਲਿਆ ਮੈਂ, ਪਰ ਹੁਣ ਇਹ ਦੱਸਤਾ ਦੇਣ ਵੀ ਇਹ ਜਿਹੜਾ ਮਤਾ ਵਾ ਇਸ ਦੇ ਖਿਲਾਫ ਨੇ, ਕਿਹਦੇ ਹੱਕ 'ਚ ਨੇ, ਗਾਣਾ ਨਾ ਗਾਉਣ। ਸਿੱਧੀ ਕਿਹੜਾ ਮਤਾ ਜਿਹੜਾ ਐਸਜੀਪੀਸੀ ਲੈ ਕੇ ਆਈ ਹੈ? ਐਸਜੀਪੀਸੀ ਦਾ ਮਤਾ ਨਹੀਂ, ਮਤਾ ਤਾਂ ਐਸਜੀਪੀਸੀ ਦਾ ਇੱਕੋ ਹੀ ਆ ਵੀ ਜਿਹੜਾ ਭਗਵੰਤ ਮਾਨ ਸਰਕਾਰ ਨੇ ਬਦਲ ਕਰਨ ਦੀ ਗੱਲ ਕੀਤੀ ਆ, ਮਤਲਬ ਸੋਧ ਬਿੱਲ ਦੇ ਖਿਲਾਫ ਨੇ ਜਾਂ ਉਸ ਦੇ ਫੇਵਰ 'ਚ ਨੇ? ਸੋਧ ਕਰ ਹੀ ਨਹੀਂ ਸਕਦੀ, ਜਿਹੜੀ ਸ਼੍ਰੋਮਣੀ ਕਮੇਟੀ ਦੀ ਰਾਏ ਤੋਂ ਬਗੈਰ ਸੋਧ ਨਹੀਂ ਕਰ ਸਕਦੀ। ਠੀਕ ਹੈ, ਮੈਨੂੰ ਇਹ ਦੱਸੋ ਕਿ ਇਹ ਰਾਹ ਜਿਹੜਾ ਇਹ ਸਹੇ ਦੀ ਮੈਨੂੰ ਦਾਦੂਵਾਲ ਸਾਹਿਬ ਦੱਸ ਦੇਣ ਵੀ ਇਹ ਠੀਕ ਆ, ਆਪਾਂ ਬਾਅਦ 'ਚ ਗੱਲ ਨਿਬੇੜ ਲਾਂਗੇ। ਠੀਕ ਹੈ ਦਾਦੂਵਾਲ ਜੀ ਤੋਂ ਮੈਂ ਜਾਣਾ ਇੱਕ ਵਾਰੀ ਆਰਪੀਐਸ ਜੀ ਦਾ ਜਵਾਬ ਲੈ ਲਵਾਂ। ਆਰਪੀਐਸ ਜੀ ਦਾ ਜਵਾਬ ਲੈ ਲਵਾਂ। ਆਰਪੀਐਸ ਜੀ, ਤੁਸੀਂ ਸੁਣਿਆ ਸਾਰਾ ਕੁਝ, ਉਸ ਦੇ ਉੱਤੇ ਰਿਐਕਟ ਕਰੂੰਗਾ। ਇੱਕ ਹੋਰ ਸਵਾਲ ਹੈ, ਜੋ ਐਸਜੀਪੀਸੀ ਦੀ ਮੀਟਿੰਗ ਦੇ ਵਿੱਚ, ਜੋ ਇਸ ਇਜਲਾਸ ਦੇ ਵਿੱਚ ਜ਼ਿਕਰ ਹੋਇਆ ਕਿ ਸਰਕਾਰਾਂ ਤਾਂ ਸੋਧ ਕਰ ਹੀ ਨਹੀਂ ਸਕਦੀਆਂ, ਸਰਕਾਰਾਂ ਨੂੰ ਐਸਜੀਪੀਸੀ ਦੇ ਮੈਂਬਰਾਂ ਦੇ 2/3 ਮੈਂਬਰਾਂ ਦੀ ਸਹਿਮਤੀ ਚਾਹੀਦੀ ਹੈ, ਉਸ ਤੋਂ ਬਾਅਦ ਕੋਈ ਸੋਧ ਹੋਏਗਾ, ਉਸ ਤੋਂ ਬਾਅਦ ਕੋਈ ਐਕਟ ਬਣ ਸਕਦਾ। ਤੁਸੀਂ ਉਹਨਾਂ ਨਾਲ ਬਿਨਾਂ ਗੱਲ ਕੀਤੇ ਹੀ ਸੋਧ ਬਣਾ ਦਿੱਤੀ। ਦੇਖੋ ਗੌਰਵ ਜੀ, ਸਰਕਾਰ ਨੇ ਵੱਡੇ ਵਕੀਲਾਂ ਦੇ ਨਾਲ ਸਲਾਹ ਕਰਕੇ ਪੂਰੀ ਤਰ੍ਹਾਂ ਕੋਕ ਕਰਕੇ ਕਾਰਵਾਈ ਕੀਤੀ ਹੈਗੀ ਹੈ, ਤੇ ਬਾਕੀ ਜੇ ਇਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਡਾਊਟ ਹੈ ਤਾਂ ਕੋਰਟਸ ਖੁੱਲੀਆਂ ਹੈਗੀਆਂ, ਉੱਥੇ ਜਾ ਸਕਦੇ ਆ। ਬਾਕੀ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਦੇਖੋ, ਬਹੁਤ ਸਮੇਂ ਤੋਂ ਪੰਜਾਬ ਦੀ ਜਨਤਾ ਇਹ ਚਾਹੁੰਦੀ ਸੀ ਕਿ ਗੁਰਬਾਣੀ ਦੇ ਪ੍ਰਸਾਰਣ ਨੂੰ ਬਾਦਲਾਂ ਤੋਂ ਮੁਕਤ ਕਰਾਇਆ ਜਾਏ, ਲੇਕਿਨ ਜਿਹੜੀਆਂ ਪਿਛਲੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਕਿਸੇ ਨੇ ਕੁਝ ਨਹੀਂ ਕੀਤਾ, ਐਸਜੀਪੀਸੀ ਨੇ ਕੁਝ ਨਹੀਂ ਕੀਤਾ, ਔਰ ਸਾਨੂੰ ਮਜਬੂਰ ਹੋ ਕੇ ਕਦਮ ਚੁੱਕਣਾ ਪਿਆ। ਔਰ ਅਸੀਂ ਇਹਦੇ ਵਿੱਚ ਵੀ ਸਾਰੀ ਪਾਵਰ ਐਸਜੀਪੀਸੀ ਨੂੰ ਹੀ ਦਿੱਤੀ ਹੈ ਕਿ ਉਹੀ ਕੰਟਰੋਲ ਕਰਨ। ਬਸ ਇੰਨਾ ਜ਼ਰੂਰ ਹੈ ਕਿ ਗੁਰਬਾਣੀ ਦਾ ਪ੍ਰਸਾਰਣ ਮੁਫਤ ਹੋਏਗਾ ਔਰ ਸਾਰਿਆਂ ਲਈ ਓਪਨ ਹੋਏਗਾ। ਔਰ ਜੇ ਇਹ ਆਪ ਕਰ ਦਿੰਦੇ ਹੈ ਤਾਂ ਸਾਰਾ ਮੁੱਦਾ ਹੀ ਖਤਮ ਹੋ ਜਾਂਦਾ ਹੈ। ਇਹ ਆਪ ਕਿਉਂ ਨਹੀਂ ਕਰਦੇ? ਠੀਕ ਹੈ, ਉਸ ਪੁਆਇੰਟ ਤੇ ਖੁਦ ਕਰ ਦਿੰਦੇ ਆ, ਉਸ ਪੁਆਇੰਟ ਤੇ ਹੁੰਨੇ ਆ ਕਿ ਜੇਕਰ ਬਿਲਕੁਲ ਫ੍ਰੀ ਟੂ 에ਅਰ ਕਰ ਦਿੱਤਾ ਜਾਂਦਾ ਹੈ ਤਾਂ ਸੋਧ ਬਿੱਲ ਕੀ ਵਾਪਸ ਲੈਣ ਬਾਰੇ ਸਰਕਾਰ ਵਿਚਾਰ ਕਰ ਸਕਦੀ ਹੈ। ਗੌਰਵ ਜੀ, ਸਾਰੀ ਸਮੱਸਿਆ ਹੀ ਹੱਲ ਹੋ ਜਾਏਗੀ ਜੇ ਇਹ ਸਹੀ ਕਦਮ ਚੁੱਕਦੇ ਆ। ਤਾਂ ਸਰਕਾਰ ਨੂੰ ਕਿਉਂ ਚੁੱਕਣਾ ਪਿਆ? ਕਿਉਂਕਿ ਇਹਨਾਂ ਨੇ ਨਹੀਂ ਚੁੱਕਿਆ। ਜੇ ਚੁੱਕ ਲੈਂਦੇ ਜਾਂ ਅੱਗੇ ਚੁੱਕਦੇ ਨੇ, ਸਾਰੀ ਸਮੱਸਿਆ ਹੀ ਖਤਮ ਹੋ ਜਾਏਗੀ। ਨਹੀਂ, ਆਰਪੀਐਸ ਜੀ ਇਸ ਸਮੇਂ ਐਸਜੀਪੀਸੀ ਤੇ ਅਕਾਲੀ ਦਲ ਨੂੰ ਜਾਂ ਫਿਰ ਜਿਹੜੇ ਹੋਰ ਬੁੱਧੀਜੀਵੀ ਉੱਥੇ ਸਿੱਖ ਪੰਥ ਦੇ ਨਾਲ ਜੁੜੇ ਹੋਏ ਪਹੁੰਚੇ ਹੋਏ ਸੀ, ਉਹਨਾਂ ਨੂੰ ਲੱਗ ਰਿਹਾ ਕਿ ਇਹ ਸਿਰਫ ਇੱਕ ਐਂਟਰੀ ਕਰਨ ਦੀ ਕੋਸ਼ਿਸ਼ ਹੈ, ਕਿ ਗੁਰਬਾਣੀ ਤੱਕ ਗੱਲ ਸੀਮਿਤ ਨਹੀਂ ਹੈ। ਕੱਲ ਨੂੰ ਤੁਸੀਂ ਇੱਕ ਹੋਰ ਰੈਜ਼ੋਲੂਸ਼ਨ ਲੈ ਕੇ ਆ ਜਾਓਗੇ ਕਿ ਜਥੇਦਾਰ ਸਾਹਿਬ ਦੀ ਨਿਯੁਕਤੀ ਇਸ ਤਰ੍ਹਾਂ ਕਰੋ, ਫਿਰ ਇੱਕ ਹੋਰ ਰੈਜ਼ੋਲੂਸ਼ਨ ਲੈ ਕੇ ਆ ਜਾਓਗੇ ਕਿ ਨਹੀਂ ਜੀ ਐਡਹੌਕ ਕਮੇਟੀ ਹੀ ਕੰਮ ਕਰੇਗੀ। ਇਹਨਾਂ ਦੇ ਖਦਸ਼ੇ ਨੇ ਐਸਜੀਪੀਸੀ ਦੇ, ਅਕਾਲੀ ਦਲ ਦੇ ਜਾਂ ਹੋਰ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ। ਗੌਰਵ ਜੀ, ਅਸੀਂ ਤਾਂ ਸਿਰਫ ਦੂਜੀ ਵਾਰੀ ਇਲੈਕਸ਼ਨ ਲੜੀ ਹੈ। ਦੂਜੀ ਵਾਰੀ ਇਲੈਕਸ਼ਨ ਵਿੱਚ ਹੀ ਪੰਜਾਬ ਦੇ ਲੋਕਾਂ ਨੇ 92 ਸੀਟਾਂ ਸਾਨੂੰ ਦੇਤੀਆਂ, ਤਾਂ ਅਸੀਂ ਐਂਟਰੀ ਕਿਉਂ ਕਰਨਾ ਚਾਹਾਂਗੇ? ਅਸੀਂ ਤਾਂ ਸਿਰਫ ਇਹ ਚਾਹੁੰਦੇ ਹਾਂ ਕਿ ਜੋ ਸਾਡੇ ਧਰਮ ਦੇ ਵਿੱਚ ਗਲਤ ਹੋ ਰਿਹਾ ਹੈ ਉਹਨੂੰ ਸੁਧਾਰਿਆ ਜਾਏ। ਨਹੀਂ, ਫਿਰ ਤੁਸੀਂ ਉਹ ਕਿਵੇਂ ਸ਼ੋਰਟੀ ਕਿਵੇਂ ਦਵੋਗੇ ਨਾ ਉਹਨਾਂ ਨੂੰ ਕਿ ਇਹ ਗੁਰਬਾਣੀ ਪ੍ਰਸਾਰਣ ਤੱਕ ਹੈ, ਉਸ ਤੋਂ ਬਾਅਦ ਸਰਕਾਰ ਦੀ ਦਖਲਅੰਦਾਜ਼ੀ ਫੁੱਲ ਸਟਾਪ? ਐਬਸੋਲੂਟਲੀ, ਅਸੀਂ ਕਿਉਂ ਕਰਾਂਗੇ? ਔਰ ਕੀ ਇਹ ਗਲਤ ਨਹੀਂ ਹੋ ਰਿਹਾ? ਤੁਸੀਂ ਦੱਸੋ।
ਕੀ ਇਹ ਗਲਤ ਨਹੀਂ ਹੋ ਰਿਹਾ? ਕੀ ਇਹ ਰੁਕਣਾ ਨਹੀਂ ਚਾਹੀਦਾ? ਕੀ ਗੁਰਬਾਣੀ ਦਾ ਪ੍ਰਸਾਰਣ ਜਿਹੜਾ ਹੈ ਉਹ ਮੁਫਤ ਨਹੀਂ ਹੋਣਾ ਚਾਹੀਦਾ? ਸਾਰਿਆਂ ਲਈ ਓਪਨ ਨਹੀਂ ਹੋਣਾ ਚਾਹੀਦਾ? ਇਹ ਸਿਰਫ ਤੇ ਸਿਰਫ ਆਰਪੀਐਸ ਜੀ, ਉਹ ਤੁਹਾਡੀ ਗੱਲ ਠੀਕ ਹੈ, ਮੈਂ ਜਵਾਬ ਲੈਣਾ ਉਹਨਾਂ ਤੋਂ ਨਾ, ਜਵਾਬ ਲੈਣਾ। ਦਰਅਸਲ ਗੱਲ ਪਤਾ ਕੀ ਹੈ ਕਿ ਪਿਛਲੇ 10 ਦਿਨ 15 ਦਿਨਾਂ ਦੇ ਵਿੱਚ ਜਦੋਂ ਤੋਂ ਗੁਰਬਾਣੀ ਵਾਲਾ ਪੂਰਾ ਪ੍ਰਸਾਰਣ ਦਾ ਵਿਵਾਦ ਖੜਾ ਹੋਇਆ, ਬਹੁਤ ਸਾਰੇ ਬੁੱਧੀਜੀਵੀਆਂ ਦੇ ਨਾਲ ਗੱਲਬਾਤ ਹੋ ਗਈ ਹੈ। ਹਰ ਕੋਈ ਇਹ ਕਹਿ ਰਿਹਾ ਕਿ ਹਾਂ ਗੁਰਬਾਣੀ ਫ੍ਰੀ ਟੂ 에ਅਰ ਹੋਣੀ ਚਾਹੀਦੀ ਹੈ, ਪਰ ਦੂਜੇ ਪਾਸੇ ਇਹ ਵੀ ਕਹਿੰਦੇ ਨੇ ਕਿ ਬਿੱਲ ਨਹੀਂ ਠੀਕ ਹੈਗਾ, ਇਹ ਦਖਲਅੰਦਾਜ਼ੀ। ਦੇਖੋ, ਸਾਨੂੰ ਮਜਬੂਰੀ 'ਚ ਕਰਨਾ ਪਿਆ, ਔਰ ਅਸੀਂ ਜਦ ਤੱਕ ਗੁਰਬਾਣੀ ਫ੍ਰੀ ਟੂ 에ਅਰ ਨਹੀਂ ਹੋਏਗੀ ਅਸੀਂ ਇਸ ਤੇ ਡਟ ਕੇ ਪਹਿਰਾ ਦੇਾਂਗੇ, ਔਰ ਜਿਸ ਹੱਦ ਤੱਕ ਜਾਣਾ ਪਿਆ ਅਸੀਂ ਜਾਵਾਂਗੇ। ਗਰੇਵਾਲ ਸਾਹਿਬ, ਗੁਰਬਾਣੀ ਨੂੰ ਆਜ਼ਾਦ ਕਰਨਾ ਹੈ, ਗੁਰਬਾਣੀ ਨੂੰ ਫ੍ਰੀ ਟੂ 에ਅਰ ਕਰਨਾ, ਦੁਨੀਆ ਦੇ ਕੋਨੇ-ਕੋਨੇ 'ਚ ਪਹੁੰਚਾਉਣਾ ਹੈ। ਠੀਕ ਹੈ ਗਰੇਵਾਲ ਸਾਹਿਬ। ਮਲਹੋਤਰਾ ਸਾਹਿਬ ਪਾਣੀ ਪੂਣੀ ਪੀ ਲਓ। ਹੁਣ ਮੈਨੂੰ ਇਹ ਦੱਸੋ, ਮਲਹੋਤਰਾ ਸਾਹਿਬ ਹਾਲੇ ਤਾਂ ਕਹਿੰਦੇ ਕੋਹ ਨਾ ਚੱਲੀ ਬਾਬਾ ਧਿਆਈ, ਇਹ ਤਾਂ ਹਾਲੇ ਇੱਕ ਦਿਨ ਦਾ ਹੀ ਇਜਲਾਸ ਹੋਇਆ ਤੇ ਹੁਣੇ ਹੀ ਥਿਰਕ ਗਏ। ਮਸਲਾ ਇਹ ਮਲਹੋਤਰਾ ਸਾਹਿਬ ਦਾ ਕਸੂਰ ਨਹੀਂ ਗਾ, ਕਸੂਰ ਇਹ ਹੈ ਕਿ ਭਗਵੰਤ ਮਾਨ ਜੀ ਵੀ ਕੇਜਰੀਵਾਲ ਦੀ ਸਕ੍ਰਿਪਟ ਪੜ੍ਹਦੇ ਆ ਤੇ ਮਲਹੋਤਰਾ ਸਾਹਿਬ ਵਿਚਾਰੇ ਹੁਣ ਇਸ ਗੱਲ ਦਾ ਕੀ ਜਵਾਬ ਦੇਣਗੇ? ਗੱਲ ਤਾਂ ਜਿਹੜੀ ਹੈ ਸਹੇ ਦੀ ਨਹੀਂ ਪਹੇ ਦੀ ਹੈ ਜੀ। ਜਿਹੜੀ ਸਾਰਾ ਸਿੱਖ ਪੰਥ ਜਿਹੜਾ ਵਾ ਉਹਦਾ ਮਤਲਬ ਬੇਵਕੂਫ ਆ, ਜਿਹੜਾ ਕੁਝ ਕਹਿ ਰਿਹਾ ਵੀ ਤੁਸੀਂ ਇਹ ਕੰਮ ਗਲਤ ਕਰ ਰਹੇ ਹੋ। ਤੁਸੀਂ ਮੈਨੂੰ ਦੱਸੋ ਕਿ ਮੁੱਖ ਮੰਤਰੀ ਕਹਿ ਰਹੇ ਆ ਕਿ ਮੈਂ ਫੇਰ ਇਹ ਕਹਿਣਾ ਕਿ 23 ਤਰੀਕ ਤੱਕ ਉਹਨਾਂ ਕੋਲ ਅਧਿਕਾਰ ਹੈ, ਉਦੋਂ ਬਾਅਦ ਕੀ ਹੋਣਾ ਕੀ ਨਹੀਂ ਹੋਣਾ ਪੰਥ ਨੇ ਫੈਸਲਾ ਕਰਨਾ। ਇਸ ਦੇ ਵਿੱਚ ਕੋਈ ਏਜੰਡਾ ਨਹੀਂ, ਕੋਈ ਅੱਜ ਇਸ਼ੂ ਨਹੀਂ। ਇਹਨਾਂ ਨੂੰ ਇਸ ਗੱਲ ਦਾ ਹੀ ਸਿਰਫ ਝੰਡਾ ਚੁੱਕਿਆ। ਮੈਨੂੰ ਇਹ ਦੱਸੋ ਕਿ ਫ੍ਰੀ ਟੂ 에ਅਰ ਦੀ ਗੱਲ ਕਰਦੇ ਆ, ਦੱਸੋ ਜੀ ਮਲਹੋਤਰਾ ਸਾਹਿਬ ਤੁਸੀਂ ਉਜਾੜ 'ਚ ਚੱਲੋ, ਉਜਾੜ ਵਿੱਚ ਚੱਲ ਕੇ ਬੈਠਦੇ ਆ ਜਿੱਥੇ ਕੋਈ ਚੈਨਲ ਨਹੀਂ, ਕੋਈ ਟਾਵਰ ਨਹੀਂ, ਕੁਛ ਨਹੀਂ। ਮੈਂ ਤੁਹਾਨੂੰ ਫ੍ਰੀ ਟੂ 에ਅਰ ਕੁਰਬਾਨੀ ਉੱਥੇ ਦੇਣਾ। ਇਹ ਝੂਠ ਨਾ ਬੋਲੋ, ਜਿਹੜੀ ਗੱਲ ਦਾ ਤੁਸੀਂ ਝੂਠ ਬੋਲਦੇ ਹੋ ਤੁਹਾਡੇ ਕਿਰਦਾਰ ਤੇ ਬੜੇ ਵੱਡੀ ਖੱਟ ਲੱਗਦੀ ਹੈ। ਠੀਕ ਹੈ, ਮਤਲਬ ਗਰੇਵਾਲ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਫ੍ਰੀ ਟੂ 에ਅਰ ਆਲਰੇਡੀ ਹੈ, ਗੁਰਬਾਣੀ ਆਲਰੇਡੀ ਹੈਗਾ, ਤੇ ਉਸ ਗੱਲ ਨੂੰ ਨਾ ਨਹੀਂ ਫਿਰ ਟੈਂਡਰ ਕੱਢਣ ਦੀ ਜ਼ਰੂਰਤ ਕੀ ਪੈ ਰਹੀ ਹੈ? ਗੱਲ ਜੀ ਟੈਂਡਰ ਤਾਂ ਨਹੀਂ, ਇਹਨਾਂ ਨੂੰ ਪੁੱਛੋ ਗੌਰਵ ਜੀ, ਇੱਕ ਸਵਾਲ ਇਹਨਾਂ ਨੂੰ ਪੁੱਛ ਲਓ ਕਿ ਜੇ ਪੀਟੀਸੀ ਚੈਨਲ ਨਾ ਲਈਏ ਤਾਂ ਕੀ ਗੁਰਬਾਣੀ ਸੁਣ ਸਕਦੇ ਆ? ਠੀਕ ਹੈ, ਸਵਾਲ ਹੈ। ਗਰੇਵਾਲ ਸਾਹਿਬ ਉਹ ਕਹਿ ਰਹੇ ਕਿ ਚਲੋ ਤੁਹਾਨੂੰ ਦਿਖਾ ਦਾਂਗੇ, ਹੁੰਦਾ ਗਰੇਵਾਲ ਸਾਹਿਬ? ਬਿਲਕੁਲ ਬਿਲਕੁਲ, ਮੇਰੀ ਸੁਣ ਲਓ ਗੱਲ ਜੀ। ਇਹਨਾਂ ਦੇ ਕੋਲੇ ਮਤਲਬ ਇਹ ਦਿਖਾ ਨਹੀਂ ਸਕਦੇ ਤੁਹਾਨੂੰ ਹੁਣ, ਕਿਉਂਕਿ ਇਹਨਾਂ ਨੇ ਇੱਕ ਐਲਾਨ ਕਰਤਾ। ਹੁਣ ਮੈਨੂੰ ਦੱਸੋ ਕਿ ਮੇਰੇ ਕੋਲੇ ਫੋਨ ਹੈ, ਮੈਂ ਫੋਨ ਦੇ ਵਿੱਚ ਕਿਹੜਾ SGPC ਕਰਦਾ ਤਾਂ ਮੈਨੂੰ ਗੁਰਬਾਣੀ ਦਾ ਪ੍ਰਸਾਰਣ ਸਿੱਧਾ ਮਿਲਦਾ, ਕੋਈ ਪੈਸਾ ਨਹੀਂ। ਜੇ ਮੈਂ ਵੀਡੀਓ ਦੇਖਣੀ ਆ ਤੇ ਹੁਣ ਜਿਹੜੇ ਚੈਨਲ ਕੋਲੇ ਅਸੀਂ 11 ਸਾਲ ਤੋਂ ਟੈਂਡਰ ਦੇ ਕੇ ਅਧਿਕਾਰ ਦਿੱਤਾ, ਹੁਣ ਅੱਜ ਤਾਂ ਉਹੀ ਦਿਖਾਊਗਾ ਨਾ। ਕੱਲ ਨੂੰ ਜਿਹੜਾ ਵੀ ਆਊਗਾ, ਅਸੀਂ ਕਦੋਂ ਰੋਕਿਆ? ਅਸੀਂ ਗੌਰਵ ਜੀ ਨੂੰ ਕਦੋਂ ਰੋਕਿਆ? ਅਸੀਂ ਹੋਰ ਕਿਸੇ ਚੜ੍ਹਦੀ ਕਲਾ ਨੂੰ ਕਦੋਂ ਰੋਕਿਆ? ਅਸੀਂ ਤਾਂ ਕਹਿੰਦੇ ਭਗਵੰਤ ਮਾਨ ਜੀ ਆਉਣ, ਸਾਰਾ ਕੰਮ ਸਾਂਭਣ। ਪਰ ਗੱਲ ਕੀ ਆ, ਗੁਰਬਾਣੀ ਦਾ ਪ੍ਰਸਾਰਣ ਇਹ ਕੋਈ ਕੇਲੇ ਵੇਚਣ ਵਾਲੀ ਰੇਹੜੀ ਨਹੀਂ ਗੀ। ਇਹਦੇ ਲਈ ਇੱਕ ਮਰਜ਼ਾਦਾ ਹੋਊਗੀ, ਮੇਰੀ ਸੁਣ ਲਓ ਗੱਲ। ਇਹਦੇ ਲਈ ਇੱਕ ਮਰਜ਼ਾਦਾ ਹੋਊਗੀ, ਜਿਹੜੀ ਮਰਜ਼ਾਦਾ ਚੱਲ ਰਹੀ ਆ। ਬੜਾ ਚੰਗਾ ਕੀਤਾ ਇਹਨਾਂ ਨੇ। ਹੁਣ ਦੇਖੋ, ਮੈਨੂੰ ਮਲਹੋਤਰਾ ਸਾਹਿਬ ਦੱਸੋ, ਤੁਸੀਂ ਸਾਰੀ ਦੁਨੀਆ 'ਚ ਤਾਂ ਫੈਲਾ ਰਹੇ ਹੋ ਗੁਰਬਾਣੀ। ਜਦੋਂ ਵਿਰਾਸਤੀ ਮਾਰਗ ਤੇ ਤੁਸੀਂ ਕਈ ਵਾਰ ਗਏ ਹੋ, ਮੈਨੂੰ ਪਤਾ, ਅੰਮ੍ਰਿਤਸਰ ਸਾਹਿਬ ਗਏ ਹੋ, ਕਿੰਨੀਆਂ ਵੱਡੀਆਂ ਸਕਰੀਨਾਂ ਤੁਹਾਡੀ ਸਰਕਾਰ ਤਾਂ ਸਰਕਾਰ ਹੀ ਹੁੰਦੀ ਹੈ ਨਾ, ਤੁਹਾਡੇ ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਲਾਈਆਂ। ਤੇ ਹੁਣ ਹਮੇਸ਼ਾ ਅੱਗੇ ਸਾਰਾ ਦਿਨ ਗੁਰਬਾਣੀ ਪ੍ਰਸਾਰਣ ਹੁੰਦਾ ਸੀ, ਹੁਣ ਉਹ ਸਾਰਾ ਦਿਨ ਭਗਵੰਤ ਮਾਨ ਜੀ ਆਉਂਦੇ ਉੱਥੇ। ਉਹ ਤੁਸੀਂ ਇਹੋ ਜਿਹੀਆਂ ਗੱਲਾਂ ਦਾ ਤਾਂ ਖਿਆਲ ਨਹੀਂ ਕਰਦੇ, ਤੁਸੀਂ ਕਿਹੜੇ ਗੁਰਬਾਣੀ ਪ੍ਰਸਾਰਣ ਦੀ ਗੱਲ ਕਰਦੇ? ਠੀਕ ਹੈ, ਦਾਦੂਵਾਲ ਜੀ ਦਾ ਇੱਕ ਰਿਐਕਸ਼ਨ ਜ਼ਰੂਰੀ ਹੈ। ਮਤਲਬ ਕੁਝ ਹੋਰ ਹੈ। ਦਾਦੂਵਾਲ ਜੀ ਮੈਂ ਆ ਰਿਹਾ। ਮਲਹੋਤਰਾ ਜੀ। ਗੌਰਵ ਜੀ, ਜੇ ਇੱਕ ਆਮ ਵਿਅਕਤੀ ਆਪਣੇ ਘਰ ਵਿੱਚ ਬਹਿ ਕੇ ਗੁਰਬਾਣੀ ਸੁਣਨਾ ਚਾਹੁੰਦਾ ਹੈ ਟੀਵੀ ਤੇ, ਇਹਨਾਂ ਨੂੰ ਪੁੱਛੋ ਕਿ ਬਿਨਾਂ ਪੀਟੀਸੀ ਖਰੀਦਿਆਂ, ਪੀਟੀਸੀ ਦਾ ਪੈਕੇਜ ਖਰੀਦਿਆਂ ਕੀ ਉਹ ਸੁਣ ਸਕਦਾ? ਅਸੀਂ ਤਾਂ ਸਿਰਫ ਇੰਨਾ ਚਾਹੁੰਦੇ ਆ, ਹੁਣ ਵੀ ਇਹ ਐਲਾਨ ਕਰ ਦੇਣ ਕਿ ਇਹ ਗੁਰਬਾਣੀ ਨੂੰ ਫ੍ਰੀ ਟੂ 에ਅਰ ਕਰਨਗੇ, ਗੱਲ ਹੀ ਖਤਮ ਹੋ ਜਾਂਦੀ ਹੈ। ਇੰਨਾ ਦਮ ਨਹੀਂ ਹੈਗਾ। ਕਹਿ ਰਹੇ ਨੇ ਕਿ ਆਲਰੇਡੀ ਹੈ, ਗੁਰਬਾਣੀ ਫ੍ਰੀ ਹੈ, ਕਿ ਕੋਈ ਪੈਸਾ ਗੁਰਬਾਣੀ ਦਾ ਨਹੀਂ ਲਿਆ ਜਾਂਦਾ। ਨਹੀਂ ਜਨਾਬ, ਇੱਕ ਪੈਕੇਜ ਦੇ ਵਿੱਚ ਤੁਸੀਂ ਦਿੰਦੇ ਹੋ, ਜੇ ਤੁਸੀਂ ਪੈਕੇਜ ਨਾ ਲਵੋ ਤਾਂ ਤੁਹਾਨੂੰ ਚੈਨਲ ਨਹੀਂ ਮਿਲਦਾ ਤਾਂ ਫ੍ਰੀ ਟੂ 에ਅਰ ਕਿਵੇਂ ਹੋਵੇਗੀ? ਫ੍ਰੀ ਟੂ 에ਅਰ ਕਿਵੇਂ ਹੋਵੇਗੀ? ਤੁਸੀਂ ਸਮਝਾ ਦਿਓ ਇੱਕ ਵਾਰੀ ਦਰਸ਼ਕਾਂ ਨੂੰ, ਫ੍ਰੀ ਟੂ 에ਅਰ ਕਿਵੇਂ ਹੋਵੇਗੀ? ਫ੍ਰੀ ਟੂ 에ਅਰ ਦਾ ਮਤਲਬ ਹੈ ਕਿ ਆਪਣੇ ਆਪ ਬਿਨਾਂ ਕੋਈ ਚੈਨਲ ਖਰੀਦਿਆਂ, ਬਿਨਾਂ ਕੋਈ ਪੈਕੇਜ ਖਰੀਦਿਆਂ ਬੰਦੇ ਨੂੰ ਮਿਲਣੀ ਚਾਹੀਦੀ ਹੈ। ਨਹੀਂ, ਕੋਈ ਪਲੇਟਫਾਰਮ ਤਾਂ ਹੋਏਗਾ ਨਾ ਸਰ, ਕੋਈ ਪਲੇਟਫਾਰਮ ਤਾਂ ਹੋਏਗਾ। ਜੇ ਆਪਾਂ ਘਰ ਦੇ ਵਿੱਚ ਕੋਈ ਵੀ DTH ਲਗਵਾਈ ਹੋਈ ਹੈ, ਕੋਈ ਪਲੇਟਫਾਰਮ ਤਾਂ ਹੋਏਗਾ ਨਾ। DTH ਇਜ਼ ਟੋਟਲੀ ਫ੍ਰੀ। ਜਿਹੜਾ ਦੂਰਦਰਸ਼ਨ ਦਾ ਹੈਗਾ, ਜਿਵੇਂ ਦੂਰਦਰਸ਼ਨ ਦਾ ਚੈਨਲ ਤੁਹਾਨੂੰ ਮਿਲਦਾ ਹੈ, ਆਈ ਐਗਰੀ, ਮਿਲਣਾ ਚਾਹੀਦਾ। ਨਹੀਂ, ਮੈਂ ਇਸ ਕਰਕੇ ਸਵਾਲ ਕਰ ਰਿਹਾ ਕਿਉਂਕਿ DTH ਦੇ ਉੱਤੇ ਵੀ ਤਾਂ ਬਹੁਤ ਸਾਰੇ ਚੈਨਲਸ ਨੇ ਨਾ, ਤਾਂ ਉਹ ਚੈਨਲ ਦੇ ਉੱਤੇ ਤਾਂ ਆਏਗੀ ਨਾ। ਚੈਨਲਸ ਹੈ ਨਾ ਗੌਰਵ ਜੀ, ਉਸ ਤੇ ਫ੍ਰੀ ਚੈਨਲਸ ਹੈ। ਦੂਰਦਰਸ਼ਨ ਤੇ ਤੁਸੀਂ ਕੋਈ ਪੈਸੇ ਦਿੰਦੇ ਹੋ? ਸਰ ਪੈਸੇ ਤਾਂ ਨਹੀਂ ਦੇ ਰਹੇ, ਪਰ ਕੋਈ ਪਲੇਟਫਾਰਮ ਤਾਂ ਹੋਏਗਾ ਨਾ। ਉਹ ਕਿਵੇਂ ਆਏਗੀ DTH ਦੇ ਉੱਤੇ? ਕਿਵੇਂ ਆਏਗੀ? ਬਾਕਸ ਲਾਣਾ ਪੈਂਦਾ ਤੁਹਾਨੂੰ, ਸਿਰਫ ਇੱਕ ਬਾਕਸ ਲਾਣਾ ਪੈਂਦਾ ਹੈ, ਤੁਹਾਨੂੰ ਮੰਥਲੀ ਰੈਂਟ ਤਾਂ ਨਹੀਂ ਦੇਣਾ ਪੈਂਦਾ। ਮੈਂ ਤੁਹਾਡੀ ਗੱਲ ਸਮਝ ਰਿਹਾ ਸਰ। ਤੁਸੀਂ ਕਹਿ ਰਹੇ ਹੋ ਕਿ
ਜਿਵੇਂ ਅਲੱਗ-ਅਲੱਗ ਚੈਨਲ ਇਸ ਸਮੇਂ DTH ਦੇ ਉੱਤੇ ਨਜ਼ਰ ਆ ਰਹੇ ਨੇ, D2H ਤੇ ਫ੍ਰੀ ਵਾਲੀ ਤੇ ਉੱਥੇ SGPC ਦਾ ਆਪਣਾ ਇੱਕ ਚੈਨਲ ਹੋ ਜਾਵੇ, ਉੱਥੇ SGPC ਦਾ ਇੱਕ ਚੈਨਲ ਹੋ ਜਾਵੇ ਫ੍ਰੀ ਨੇ, ਉਸ ਤਰ੍ਹਾਂ ਹੀ ਗੁਰਬਾਣੀ ਦਾ ਚੈਨਲ ਵੀ ਫ੍ਰੀ ਹੋਣਾ ਚਾਹੀਦਾ। ਮਤਲਬ SGPC ਦਾ ਆਪਣਾ ਚੈਨਲ ਹੋਵੇ, ਉਹ ਬੇਸ਼ੱਕ SGPC ਦਾ ਆਪਣਾ ਹੋਵੇ ਪਰ ਫ੍ਰੀ ਟੂ 에ਅਰ ਹੋਵੇ, ਨਾਲ ਹੋਰ ਵੀ ਜਿਹੜੇ ਲੋਕ ਉਸ ਨੂੰ ਉਸ ਦਾ ਪ੍ਰਸਾਰਣ ਕਰਨਾ ਚਾਹਣ ਉਹ ਕਰ ਸਕਣ, ਕੋਈ ਰੋਕ ਟੋਕ ਨਾ ਹੋਵੇ। ਠੀਕ ਹੈ। ਦਾਦੂਵਾਲ ਜੀ ਤੁਹਾਡਾ ਰਿਐਕਸ਼ਨ, ਬਹੁਤ ਸਾਰੇ ਇਲਜ਼ਾਮ ਤੁਸੀਂ ਲਗਾਏ ਸੀ, ਉਸ ਦੇ ਉੱਤੇ ਪਲਟਵਾਰ ਗਰੇਵਾਲ ਸਾਹਿਬ ਨੇ ਕੀਤਾ, ਪਰ ਮੈਂ ਅਗਲੇ ਪੁਆਇੰਟ ਦੇ ਉੱਤੇ ਵੱਧਦਾ, ਤੁਸੀਂ ਉਸ ਦਾ ਜਵਾਬ ਜ਼ਰੂਰ ਦਵੋਗੇ, ਥੋੜਾ ਛੋਟਾ ਰੱਖਿਓ ਜਵਾਬ। ਗੁਰਬਾਣੀ ਵਾਲਾ ਮਸਲਾ ਤੁਹਾਨੂੰ ਲੱਗਦਾ ਹੈ ਕਿ ਸੋਧ ਬਿੱਲ ਜਾਂ ਫਿਰ SGPC ਦੇ ਮਤੇ ਦੋਵਾਂ ਦੇ ਨਾਲ ਕਿਤੇ ਹੱਲ ਹੁੰਦਾ ਹੈ ਗੁਰਬਾਣੀ ਪ੍ਰਸਾਰਣ ਵਾਲਾ? ਦੇਖੋ ਇੱਕੋ ਗੱਲ 'ਚ ਗੱਲ ਨਿਬੜਦੀ ਹੈ। ਸਰਦਾਰ ਗਰੇਵਾਲ ਸਾਹਿਬ ਨੇ ਕਿਹਾ ਕਿ ਬਹਾਨਾ ਬਣਾਇਆ ਜਾ ਰਿਹਾ, ਜਾਂ SGPC ਕਹਿ ਰਹੀ ਹੈ ਬਹਾਨਾ ਬਣਾਇਆ ਜਾ ਰਿਹਾ, ਬਹੁਤ ਸਾਰੇ ਚਿੰਤਕ ਕਹਿ ਰਹੇ ਬਹਾਨਾ ਬਣਾਇਆ ਜਾ ਰਿਹਾ। ਇਹ ਜੇ ਬਹਾਨਾ ਬਣਾਇਆ ਜਾ ਰਿਹਾ, ਅਸੀਂ ਬਹਾਨਾ ਖਤਮ ਕਰ ਦਈਏ, ਗੱਲ ਖਤਮ ਹੋ ਜੇ। ਅੱਜ SGPC ਕਹਿ ਰਹੀ ਹੈ ਕਿ 23 ਤੋਂ ਬਾਅਦ ਪਤਾ ਨਹੀਂ ਕਿਹਦੇ ਕੋਲ ਆਉਣਾ, ਤੁਸੀਂ ਅੱਜ ਐਲਾਨ ਕਰ ਦਿਓ ਕਿ ਅਸੀਂ PTC ਨੂੰ ਨਹੀਂ ਦਿਆਂਗੇ, ਹੋਰ ਜਿਸ ਨੂੰ ਮਰਜ਼ੀ ਦੇ ਦਈਏ, ਤੇ ਆਪੇ ਸਰਕਾਰ ਜਿਹੜੀ ਆ ਉਹ ਆਪਣਾ ਐਕਟ ਵਾਪਸ ਲਊ। ਨਹੀਂ ਲਊਗੀ, ਅਸੀਂ ਵੀ ਤੁਹਾਡੇ ਨਾਲ ਆ ਕੇ ਖੜੇ ਹੋਵਾਂਗੇ, ਅਸੀਂ ਵੀ ਕਹਾਂਗੇ ਵੀ ਭਾਈ ਐਕਟ ਵਾਪਸ ਲਓ। ਇਹ ਜਿਹੜੀ ਗੁਰਬਾਣੀ ਹੈ ਫ੍ਰੀ ਟੂ 에ਅਰ। ਦੂਜੀ ਗੱਲ ਫ੍ਰੀ ਟੂ 에ਅਰ ਦੀ ਮੈਂ ਦੱਸਾਂ, ਜਿਵੇਂ ਗਰੇਵਾਲ ਸਾਹਿਬ ਕਹਿ ਰਹੇ ਆ ਕਿ YouTube ਚੈਨਲ, ਅੱਜ ਹੀ ਮੈਨੂੰ ਜਰਮਨ ਤੋਂ ਫੋਨ ਆ ਰਿਹਾ ਸੀ, ਬਹੁਤ ਸਾਰੇ ਵਿਦੇਸ਼ਾਂ ਤੋਂ ਫੋਨ ਆਏ ਸੰਬੰਧ ਜਰਮਨ ਤੋਂ, ਕਹਿੰਦੇ ਜੀ YouTube ਤੇ ਜੇ ਦੇ ਦਿੱਤਾ ਤੇ ਅੱਜ ਦੀ ਤੁਸੀਂ ਗੁਰਮਰਿਆਦਾ ਦੀ ਗੱਲ ਕਰਦੇ ਆ, YouTube ਤੇ ਤਾਂ ਰਹਿਣੀ ਨਹੀਂ, ਉੱਥੇ ਤਾਂ ਨੰਗੇਜਵਾਦ ਦੀਆਂ ਐਡਾਂ ਚੱਲਣਗੀਆਂ। ਜਦੋਂ ਜਰਮਨ 'ਚ ਚੱਲੇਗਾ ਤੁਹਾਡਾ ਕੰਟਰੋਲ, ਜਰਮਨ 'ਚ YouTube ਤੇ ਨਹੀਂ ਚੱਲਣਾ। ਜੇ ਇਥੋਂ SGPC ਦੇ YouTube ਤੇ ਚੱਲੇਗਾ ਤੇ ਜਰਮਨ ਦੇ ਵਿੱਚ ਉਹਦਾ ਕੰਟਰੋਲ ਨਹੀਂ ਹੋਣਾ। ਉਹਨਾਂ ਦੇ ਜਰਮਨ ਤੋਂ ਫੋਨ ਸੀ। ਵਿਦੇਸ਼ਾਂ ਦੇ ਵਿੱਚ, ਕਿਉਂਕਿ ਇੰਡੀਆ 'ਚ YouTube ਦਾ ਵੱਖਰਾ ਕੰਟਰੋਲ ਆ, ਵਿਦੇਸ਼ਾਂ 'ਚ ਵੱਖਰਾ ਆ। ਤੁਸੀਂ ਕਿਹਦੇ ਨਾਲ ਜਾ ਕੇ ਲੜੋਗੇ ਉੱਥੇ ਜਾ ਕੇ ਵੀ ਇਹ ਗੁਰਮਰਿਆਦਾ ਤੋਂ ਗਲਤ ਤੁਸੀਂ ਵਿੱਚ ਨਸ਼ਿਆਂ ਦੀਆਂ ਐਡਾਂ ਦੇ ਰਹੇ ਹੋ, ਨੰਗੇਜਵਾਦ ਦੀਆਂ ਦੇ ਰਹੇ ਹੋ, ਉਹ ਤੇ ਚੱਲਦੇ ਲਾਈਵ ਦੇ ਵਿੱਚ ਦੇਣਗੇ। ਔਰ ਸਾਨੂੰ ਦਿੱਕਤ ਕੀ ਆ, ਸਾਰੀਆਂ ਕੌਮਾਂ ਦੇ, ਅਸੀਂ ਕਹਿੰਦੇ ਸਾਡੀ ਕੌਮ ਦੀ ਇੱਕ ਸਰਮੌਰ ਸੰਸਥਾ ਸ਼੍ਰੋਮਣੀ ਕਮੇਟੀ, ਸਾਰੀਆਂ ਕੌਮਾਂ ਕੋਲੇ ਆਪੋ ਆਪਣੇ ਚੈਨਲ ਹੈਗੇ ਆ, ਤੇ ਸਾਡੇ ਕੋਲੇ ਕਿਉਂ ਨਹੀਂ? ਕਿਉਂ ਅਸੀਂ ਇੱਕ ਪਰਿਵਾਰ ਨੂੰ ਜਾਂ ਇੱਕ ਚੈਨਲ ਨੂੰ ਫਾਇਦਾ ਦੇਣਾ ਚਾਹੁੰਦੇ? ਅਸੀਂ ਕਿਉਂ ਨਹੀਂ ਆਪਣਾ ਬਣਾ ਲੈਂਦੇ? ਸਾਰੀ ਕੌਮ ਇਹ ਚੈਨਲ ਫ੍ਰੀ ਲਾ ਕੇ ਦੇਣ ਨੂੰ ਤਿਆਰ ਹੈ। ਦਾਦੂਵਾਲ ਜੀ, ਕਿੱਥੇ ਤੁਹਾਨੂੰ ਲੱਗ ਰਿਹਾ ਕਿ ਚੈਨਲ ਨੂੰ ਫਾਇਦਾ ਪਹੁੰਚਾ ਦਿੱਤਾ? ਗਰੇਵਾਲ ਸਾਹਿਬ ਨੂੰ ਦੱਸ ਦਿਓ। ਗਰੇਵਾਲ ਸਾਹਿਬ ਕਹਿੰਦੇ ਸਾਨੂੰ ਸਮਝਾ ਦਿਓ ਕਿ ਇਜਲਾਸ ਦੇ ਵਿੱਚ ਕਿੱਥੇ ਗੱਲ ਹੋਈ ਹੈ ਚੈਨਲ ਨੂੰ ਫਾਇਦਾ ਪਹੁੰਚਾਉਣ ਦੀ। ਅੱਜ ਹੀ ਜਿਹੜੀ ਖਬਰ ਜਿਹੜੀ ਹੈ ਇੱਕ ਸੋਸ਼ਲ ਮੀਡੀਆ ਤੇ ਨਸ਼ਰ ਹੋ ਰਹੀ ਹੈ ਕਿ ਜਿਹੜਾ 3 ਕਰੋੜ ਜਾਂ ਪਤਾ ਨਹੀਂ 300 ਕਰੋੜ ਦਾ ਸੀਗਾ ਤੇ ਅੱਜ ਹਜ਼ਾਰਾਂ ਕਰੋੜਾਂ ਦਾ ਚੈਨਲ ਬਣ ਗਿਆ, ਸਿਰਫ ਗੁਰਬਾਣੀ ਦੇ ਲਾਈਵ ਟੈਲੀਕਾਸਟ ਕਰਕੇ, ਕਿਉਂਕਿ ਉਹਨੂੰ ਦੁਨੀਆ ਦੇਖਦੀ ਹੈ ਸਿਰਫ ਗੁਰਬਾਣੀ ਦੇ ਲਾਈਵ ਟੈਲੀਕਾਸਟ ਕਰਕੇ। ਤੇ ਵਿਰੋਧ PTC ਦਾ ਨਹੀਂ ਆ, ਵਿਰੋਧ ਬਾਦਲ ਪਰਿਵਾਰ ਦਾ ਹੋ ਰਿਹਾ ਕੌਮ ਦੇ। ਜਿਵੇਂ ਸਰਦਾਰ ਗਰੇਵਾਲ ਸਾਹਿਬ ਕਹਿੰਦੇ ਤੁਸੀਂ ਤਾਂ ਬਾਦਲ ਕਹਿਣਾ ਹੁੰਦਾ, ਤਾਂ ਮੈਂ ਸਰਦਾਰ ਗਰੇਵਾਲ ਸਾਹਿਬ ਨੂੰ ਜੇ ਉਹੀ ਸ਼ਬਦ ਵਰਤ ਦਿਆਂ ਕਿ ਤੁਸੀਂ ਵੀ ਸਿਰਫ ਬਾਦਲ ਪਰਿਵਾਰ ਦੀ ਹੀ ਪੁਸਤ ਪਣਾਈ ਕਰਨੀ ਹੁੰਦੀ ਆ ਡਿਬੇਟ ਤੇ ਆ ਕੇ, ਜਾਂ ਹੁਣ ਮੈਂ ਅਗਲੇ ਸ਼ਬਦ ਨਹੀਂ ਵਰਤਣਾ ਚਾਹੁੰਦਾ, ਚਲੋ ਸ਼ਬਦਾਂ ਨੂੰ ਮੈਂ ਜਿਹੜਾ ਮਰਿਆਦਾ 'ਚ ਹੀ ਰੱਖਦਾ ਕਿ ਤੁਸੀਂ ਸਿਰਫ ਪੁਸਤ ਪਣਾਈ 'ਚ ਹੀ ਰਹਿਣਾ ਹੁੰਦਾ। ਹਰ ਡਿਬੇਟ ਦੇ ਅੰਦਰ ਮਾਰੋ ਲਲਕਾਰਾ ਅੱਜ ਕੇ PTC ਨੂੰ ਨਹੀਂ ਦਿਆਂਗੇ, ਸਾਰੀ ਕੌਮ ਤੁਹਾਡੇ ਨਾਲ ਆ ਕੇ ਖੜੀ ਹੋਊਗੀ, ਮੋਰਚਾ ਲਾਉਣ ਦੀ ਲੋੜ ਨਹੀਂ ਪੈਣੀ, ਬਿਨਾਂ ਮੋਰਚੇ ਤੋਂ ਹੀ ਮੈਂ ਸਮਝਦਾ ਐਕਟ ਵਾਪਸ ਹੋ ਜਾਊਗਾ। ਗਰੇਵਾਲ ਸਾਹਿਬ, ਬਹੁਤ ਚੰਗੀ ਗੱਲ ਹੈ ਜੀ, ਏਡੀ ਵੱਡੀ ਦਲੇਰੀ ਮਲ ਦਿਖਾ ਰਹੇ ਨੇ ਦਾਦੂਵਾਲ ਸਾਹਿਬ। ਮੈਨੂੰ ਤਾਂ ਦਾਦੂਵਾਲ ਸਾਹਿਬ ਜੇ ਇਸ ਗੱਲ ਲਈ ਦੋਸ਼ੀ ਠਹਿਰਾਉਂਦੇ ਤਾਂ ਫਿਰ ਤੁਸੀਂ ਕਿਹੜਾ ਮੋਦੀ ਸਾਹਿਬ ਵੀ ਜਿੰਦਾਬਾਦ ਕਹੋ, ਤੁਸੀਂ ਕੇਜਰੀਵਾਲ ਦਾ ਸਾਹਿਬ ਦੇ ਆਪਣੇ ਖੱਟਰ ਸਾਹਿਬ ਦੇ ਵੱਡੇ ਉਪਾਸ਼ਕ ਹੋ ਤੇ ਵੱਡੇ ਉਹਨਾਂ ਦੇ ਸਮਰਥਕ ਹੋ। ਫਿਰ ਏਦਾਂ ਦੇਖੋ, ਜੇ ਤੁਸੀਂ ਮੈਨੂੰ ਏਦਾਂ ਕਹਿੰਦੇ ਹੋ, ਮੈਂ ਤਾਂ ਮਹਾਰਾਜ ਆਪਦੀ ਜ਼ਿੰਦਗੀ ਦਾ ਬੜਾ ਚੰਗਾ ਸਮਾਂ ਆਪ ਕੌਮ ਦੇ ਲਈ ਗੁਰੂ ਨੇ ਲੇਖੇ ਲਵਾਇਆ। ਅੱਜ ਵੀ ਖੜੇ ਆ, ਕੱਲ ਵੀ ਕਿਸੇ ਦੀ ਖਿਸ਼ਾਮਦੀ ਨਹੀਂ ਕਰਦੇ, ਮੁੱਦੇ ਤੇ ਖੜੇ ਆ। ਅੱਜ ਵੀ ਮੈਂ ਇਹ ਗੱਲ ਕਰਦਾ, ਤੁਹਾਡਾ ਏਜੰਡਾ ਸਿਰਫ PTC ਆ, ਤੁਹਾਡਾ ਏਜੰਡਾ ਸਿਰਫ ਬਾਦਲ ਆ, ਦਲੀਲ ਤਾਂ ਤੁਹਾਡੇ ਕੋਲ ਨਹੀਂ ਹੈਗੀ। ਹੁਣ ਤੁਸੀਂ ਆਪ ਹੀ ਗੱਲ ਕਹੀ ਗੌਰਵ ਜੀ, ਇਹ ਗੱਲ ਸੋਚਣ ਵਾਲੀ ਆ। ਮਲਹੋਤਰਾ ਸਾਹਿਬ ਸੁਣ ਲਓ, ਕੋਈ ਤੁਸੀਂ ਸਾਡੇ ਭਰਾ ਹੀ ਹੋ, ਇਸ ਸੂਬੇ 'ਚ ਵਸਦੇ ਹੋ, ਭਾਵੇਂ ਕਿ ਪ੍ਰਭਾਵ ਤੁਹਾਡਾ ਹੁਣ ਕੇਜਰੀਵਾਲ ਸਾਹਿਬ ਦਾ ਚੱਲਦਾ। ਜਿਹੜੀ ਦਾਦੂਵਾਲ ਸਾਹਿਬ ਨੇ ਗੱਲ ਕੀਤੀ ਆ ਨਾ ਕਿ ਆਹ ਜਿਹੜੀ ਫ੍ਰੀ ਟੂ 에ਅਰ ਤੁਸੀਂ ਕਰ ਰਹੇ ਹੋ ਨਾ, ਇਹਦੇ ਨਾਲ ਕੀ ਹੋਏਗਾ? ਨੰਗੇਜਵਾਦ ਦੇ ਚੈਨਲਾਂ ਤੇ ਸਾਡੀ ਗੁਰਬਾਣੀ ਚੱਲੇਗੀ, ਇਹਦਾ ਕੌਣ ਜ਼ਿੰਮੇਵਾਰ ਹੋਏਗਾ? ਭਗਵੰਤ ਮਾਨ ਸਾਹਿਬ ਇਹਦੀ ਲਿਖਤੀ ਗਰੰਟੀ ਦਿੰਦੇ ਆ, ਇਹਦਾ ਮਤਲਬ ਇਹਦਾ ਮੇਰੀ ਸੁਣ ਲਓ ਨਾ ਗੱਲ, ਮੈਂ ਉਹੀ ਤਾਂ ਕਹਿ ਰਿਹਾ, ਜੇ YouTube ਤੇ ਹੋਏਗਾ ਜਾਂ ਚੈਨਲ ਫ੍ਰੀ ਟੂ 에ਅਰ ਹੋਏਗਾ, ਕੋਈ ਵੀ ਚਲਾਏਗਾ, ਤੇ ਇਹਦਾ ਮਤਲਬ ਉਹ ਚਲਾਉਣ ਤੋਂ ਬਾਅਦ ਕੀ ਕਰੇਗਾ, ਉਹਦੀ ਗਰੰਟੀ ਹੈ ਕੋਈ?
ਇਹ ਮਰਜ਼ਾਦਾ ਪਰ ਗਰੇਵਾਲ ਸਾਹਿਬ ਉਹ ਤਾਂ ਸ਼ਰਤਾਂ ਤੈਅ ਹੋ ਸਕਦੀਆਂ ਨੇ, ਉਹ ਤਾਂ ਇਸ ਤਰੀਕੇ ਨਾਲ ਨਹੀਂ ਹੈ। ਮੈਂ ਉਹੀ ਕਹਿ ਰਿਹਾ ਜੀ। ਨਹੀਂ ਮੈਂ ਉਸ ਪੁਆਇੰਟ ਦੇ ਉੱਤੇ ਆਵਾਂ। ਸੀਐਮ ਨੇ ਕੀ ਕਿਹਾ, ਤੁਸੀਂ ਵਿਧਾਨ ਸਭਾ ਦੇ ਵਿੱਚ ਸੁਣਿਆ ਹੋਵੇਗਾ। ਮੈਂ ਇੱਕ ਵਾਰੀ ਪੁਆਇੰਟ ਕਲੀਅਰ ਕਰਦਾ, ਤੁਸੀਂ ਉਸ ਦੇ ਉੱਤੇ ਰਿਐਕਟ ਕਰ ਦਿਓ। ਮੁੱਖ ਮੰਤਰੀ ਕਹਿ ਰਹੇ ਨੇ ਕਿ ਐਸਜੀਪੀਸੀ ਦੀ ਫੀਡ ਹੋਵੇ, ਉਹ ਅਲੱਗ-ਅਲੱਗ ਚੈਨਲਸ ਨੂੰ ਮੁਹੱਈਆ ਕਰਵਾ ਦਿੱਤੀ ਜਾਵੇ ਕਿ ਕੋਈ ਵੀ ਚੈਨਲ ਇਸ ਨੂੰ ਚਲਾ ਸਕਦਾ ਹੈ। ਹਾਂ, ਉਸ ਦੇ ਵਿੱਚ ਸ਼ਰਤਾਂ ਜ਼ਰੂਰ ਰੱਖ ਦਿੱਤੀਆਂ ਜਾਣ ਕਿ ਜਦੋਂ ਚਲਾਈ ਜਾ ਰਹੀ ਹੈ ਕੋਈ ਐਡ ਨਹੀਂ ਹੋਏਗੀ, ਉਸ ਤੋਂ ਅੱਧਾ ਘੰਟਾ ਪਹਿਲਾਂ ਜਾਂ ਅੱਧਾ ਘੰਟਾ ਬਾਅਦ ਦੇ ਵਿੱਚ ਕੋਈ ਵੀ ਕਿਸੇ ਤਰੀਕੇ ਦਾ ਕੋਈ ਵਿਗਿਆਪਨ ਨਹੀਂ ਹੋਏਗਾ। ਇਹ ਤਾਂ ਸਾਰੀਆਂ ਸ਼ਰਤਾਂ ਨੇ, ਜੋ ਸ਼ਰਤਾਂ ਤੈਅ ਕਰੇਗਾ ਕੋਈ ਉਹਨਾਂ ਸ਼ਰਤਾਂ ਨੂੰ ਮੰਨੇਗਾ ਤਾਂ ਚੈਨਲ ਚਲਾ ਲੇਗਾ, ਨਹੀਂ ਤਾਂ ਨਾ ਸੀ। ਬਿਲਕੁਲ ਸਹੀ ਗੱਲ ਆ। ਅਸੀਂ ਕਦੋਂ ਇਹ ਗੱਲ ਤੋਂ ਭੱਜਦੇ ਹਾਂ ਜੀ? ਆਖਰਕਾਰ ਹਰ ਚੀਜ਼ ਇੱਕ ਸੰਸਥਾ ਵਾ, ਉਹ ਸੰਸਥਾ ਨੇ ਕੋਈ ਫੈਸਲੇ ਕਰਨੇ ਆ, ਸੰਗਤ ਦੇ ਸਾਹਮਣੇ ਆਉਣੇ ਆ, ਅਸੀਂ ਸੰਗਤ ਨੂੰ ਜਵਾਬ ਦੇ ਆ। ਅਸੀਂ ਸਿਰਫ ਤੇ ਸਿਰਫ ਇਹਨਾਂ ਦਾ ਏਜੰਡਾ ਹੀ ਆ, ਇਹਨਾਂ ਦਾ ਏਜੰਡਾ। ਸਰਕਾਰ ਇਹਨਾਂ ਤੋਂ ਚੱਲਦੀ ਨਹੀਂ ਤੇ ਸ਼੍ਰੋਮਣੀ ਕਮੇਟੀ ਚਲਾਉਣ ਵਾਸਤੇ ਪੱਬਾਂ ਭਰ ਹੋਏ ਫਿਰਦੇ ਆ। ਸੋ ਮਲਹੋਤਰਾ ਸਾਹਿਬ, ਤੁਸੀਂ ਤੁਹਾਨੂੰ ਸਹੀ ਰਾਹ ਦਿਓ। ਮੈਂ ਆਰਪੀਐਸ ਜੀ ਤੋਂ ਜਵਾਬ ਲੈਣਾ, ਪਰ ਗਰੇਵਾਲ ਸਾਹਿਬ ਤੁਹਾਨੂੰ ਇਹ ਕਿੱਥੋਂ ਲੱਗ ਰਿਹਾ ਕਿ ਐਸਜੀਪੀਸੀ ਦੀ ਸੱਤਾ ਤੇ ਕਾਬਜ਼ ਹੋਣਾ ਚਾਹੁੰਦੀ ਹੈ ਪਾਰਟੀ ਜਾਂ ਸਰਕਾਰ? ਹੱਦ ਹੋ ਗਈ। ਨਹੀਂ, ਉਹ ਤਾਂ ਕਹਿ ਰਹੇ ਕਿ ਅਸੀਂ ਗੁਰਬਾਣੀ ਪ੍ਰਸਾਰਣ ਤੱਕ ਹੈ, ਤੁਸੀਂ ਗੁਰਬਾਣੀ ਪ੍ਰਸਾਰਣ ਫ੍ਰੀ ਟੂ 에ਅਰ ਕਰ ਦਿਓ, ਗੱਲ ਖਤਮ। ਨਹੀਂ, ਮੇਰੀ ਸੁਣੋ ਗੱਲ। ਇਹਦਾ ਮਤਲਬ ਵੀ ਅੱਜ ਤੱਕ ਕਿਸੇ ਨੇ ਐਕਟ ਦੇ ਵਿੱਚ ਤਬਦੀਲੀ ਕਰਨ ਦੀ ਜ਼ਰੂਰਤ ਨਹੀਂ ਕੀਤੀ ਸ਼੍ਰੋਮਣੀ ਕਮੇਟੀ ਦੀ ਰਾਏ ਤੋਂ ਬਗੈਰ। ਇਹਦਾ ਮਤਲਬ ਅੱਜ ਇਹਨਾਂ ਨੇ ਕਰਤੀ, ਕੱਲ ਨੂੰ ਕੋਈ ਹੋਰ ਸਰਕਾਰ ਆਊਗੀ, ਭਗਵੰਤ ਮਾਨ ਨੇ ਕੀਤੀ ਸੀ, ਅਸੀਂ ਵੀ ਕਰ ਸਕਦੇ ਹਾਂ। ਕਿਵੇਂ ਕਰ ਸਕਦੇ ਹੋ ਇਹ ਗੱਲ? ਤੁਸੀਂ ਇਹ ਗੱਲ ਸੋਚੀ ਕਿਵੇਂ? ਇਹ ਸੰਸਥਾ ਕੋਈ ਛੋਟੀ ਮੋਟੀ ਸੰਸਥਾ ਨਹੀਂ ਹੈ। ਮਤ ਖਿਆਲ ਕਰੋ ਕਿ ਇਹਨਾਂ ਹਾਲਾਤਾਂ ਵਿੱਚ ਉਪਜੀ ਸੰਸਥਾ ਨਹੀਂ ਹੈ। ਸਿੱਖਾਂ ਦੇ ਜਜ਼ਬਾਤਾਂ ਨਾਲ ਜੁੜੀ ਸੰਸਥਾ। ਜਿੰਨਾ ਫਿਕਰ ਕਰ ਰਹੇ ਨੇ ਤੁਸੀਂ ਸਾਰੇ ਵੀ ਇਹ ਸ਼੍ਰੋਮਣੀ ਕਮੇਟੀ ਆ ਸਾਂਝੀ ਸੰਸਥਾ, ਇਸ ਕਰਕੇ ਇਹਦਾ ਫਰਜ਼ ਵੀ ਬਣਦਾ, ਇਹਨੇ ਆਪਦੇ ਫਰਜ਼ਾਂ ਦੀ ਪੂਰਤੀ ਕਰਨੀ ਆ। ਸੋ ਅੱਜ ਦੀ ਤਰੀਕ 'ਚ ਕੋਈ ਏਜੰਡਾ ਨਾ ਬਾਦਲ ਹੈ ਤੇ ਨਾ ਪੀਟੀਸੀ ਆ, ਤੇ ਇਹ ਵਿਚਾਰੇ ਗਲ ਸੁੱਕਿਆ ਪਿਆ ਇਹਨਾਂ ਦਾ ਬੋਲ ਕੇ। ਆਰਪੀਐਸ ਜੀ, ਜਵਾਬ ਲਓ ਸਰ। ਆਰਪੀਐਸ ਜੀ ਕੁਝ ਕਹਿਣਾ ਚਾਹ ਰਹੇ ਨੇ। ਆਰਪੀਐਸ ਜੀ। ਗੌਰਵ ਜੀ, ਮੈਂ ਬੇਨਤੀ ਕਰਨਾ ਚਾਹਾਂਗਾ ਕਿ ਦੇਖੋ, ਅਸੀਂ ਗੁਰਬਾਣੀ ਬਾਰੇ ਗੱਲ ਕਰ ਰਹੇ ਹਾਂ ਔਰ ਅਸੀਂ ਤਿੰਨੋਂ ਪੈਨਲਿਸਟ ਗੁਰੂ ਦੇ ਸਿੱਖ ਹੈਗੇ ਆ, ਤਾਂ ਗੁਰੂ ਦੇ ਸਿੱਖਾਂ ਨੂੰ ਇਨਸਾਫ ਸੰਗਤ ਗੱਲ ਕਰਨੀ ਚਾਹੀਦੀ ਹੈ। ਦੇਖੋ, ਅਸੀਂ ਪੀਟੀਸੀ ਦੇ ਖਿਲਾਫ ਨਹੀਂ ਹੈਗੇ, ਅਸੀਂ ਪੀਟੀਸੀ ਦੀ ਮੋਨੋਪੋਲੀ ਦੇ ਖਿਲਾਫ ਹੈ। ਜਿਹੜਾ ਦੂਜੇ ਚੈਨਲਾਂ ਦੇ ਨਾਲ ਬੇਇਨਸਾਫੀ ਹੁੰਦੀ ਹੈ ਉਸ ਦੇ ਖਿਲਾਫ ਹੈ। ਅਸੀਂ ਸਿਰਫ ਇਹ ਕਹਿੰਦੇ ਹਾਂ ਕਿ ਇਹਨੂੰ ਫ੍ਰੀ ਟੂ ਆਲ ਕਰ ਦਿਓ, ਫ੍ਰੀ ਟੂ 에ਅਰ ਕਰ ਦਿਓ, ਔਰ ਬੇਸ਼ੱਕ ਵਿੱਚ ਪੀਟੀਸੀ ਨੂੰ ਵੀ ਦਿਓ। ਸੋ ਇਹ ਮੋਨੋਪੋਲੀ ਖਤਮ ਹੋਣੀ ਚਾਹੀਦੀ ਹੈ। ਔਰ ਦੂਸਰਾ, ਜਿਹੜਾ ਐਡਸ ਵਗੈਰਾ ਦੀ ਗੱਲ ਕਰਦੇ ਆ ਜਿਹੜੀਆਂ ਅਨਐਕਸੈਪਟੇਬਲ ਹੈਗੀਆਂ, ਉਹ ਮੇਰੇ ਖਿਆਲ ਨਾਲ ਕੋਈ ਮੁੱਦਾ ਨਹੀਂ ਹੈਗਾ। ਜਿਹੜੇ ਵੀ ਚੈਨਲ ਨੂੰ ਅਧਿਕਾਰ ਦਿੱਤੇ ਜਾਣਗੇ, ਐਸਜੀਪੀਸੀ ਆਪਣੀਆਂ ਸ਼ਰਤਾਂ ਲਾਗੂ ਕਰੇ ਔਰ ਜਿਹੜਾ ਉਹਨੂੰ ਵਾਇਲੇਟ ਕਰਦਾ ਹੈਗਾ ਉਹਨੂੰ ਬਲੈਕਲਿਸਟ ਕੀਤਾ ਜਾ ਸਕਦਾ ਹੈਗਾ। ਸੋ ਇਹ ਮੁੱਦਾ ਕੋਈ ਬਹੁਤ ਵੱਡਾ ਨਹੀਂ ਹੈ, ਬਸ਼ਰਤੇ ਸਾਡੀ ਨੀਅਤ ਸਾਫ਼ ਹੋਏ, ਸਾਡੀ ਨੀਅਤ ਜਿਹੜੀ ਹੈ ਉਹ ਇਨਸਾਫ ਸੰਗਤ ਹੋਏ। ਜੀ ਗਰੇਵਾਲ ਸਾਹਿਬ, ਉਹ ਇਹੀ ਕਹਿ ਰਹੇ ਨੇ ਕਿ ਗੁਰਬਾਣੀ ਪ੍ਰਸਾਰਣ ਦਾ ਹੀ ਪੂਰਾ ਮਸਲਾ, ਉਸ ਦੇ ਉੱਤੇ ਤੁਸੀਂ ਇਜਲਾਸ ਦੇ ਵਿੱਚ ਗੱਲ ਨਹੀਂ ਕੀਤੀ। ਜੇ ਉਹੀ ਹੱਲ ਹੋ ਜਾਵੇ ਤਾਂ ਫਿਰ ਸਭ ਕੁਝ ਹੱਲ ਹੈ। ਮਲਹੋਤਰਾ ਸਾਹਿਬ ਨੂੰ ਕੱਲ ਇਹਨਾਂ ਦੀ ਕਿਤੇ ਨੋਟਿਸ ਨਾ ਭਜਵਾ ਦਿਓ। ਮਲਹੋਤਰਾ ਸਾਹਿਬ ਹੁਣ ਦਿਲ ਤੇ ਦਾ ਵਿਚਾਰੇ ਚੰਗੇ ਆ, ਹੁਣ ਇਹ ਪੀਟੀਸੀ ਨੂੰ ਕਹਿੰਦੇ ਵੀ ਉਹਨੂੰ ਵੀ ਦੇ ਦੇ, ਕੋਈ ਪ੍ਰੋਬਲਮ ਨਹੀਂ, ਪਰ ਇਹਨਾਂ ਦੇ ਆਕਾ ਨੇ ਅਸੀਂ ਤਾਂ ਤੁਹਾਨੂੰ ਬੈਨ ਕਰਨ ਲਈ ਨਹੀਂ ਕਹਿ ਰਹੇ ਨਾ। ਚਲੋ ਵਧੀਆ ਗੱਲ ਮਲਹੋਤਰਾ ਸਾਹਿਬ, ਮੈਂ ਤੁਹਾਡੇ ਤੋਂ ਚੰਗੀ ਆਸ ਕਰਨਾ। ਮੈਂ ਤਾਂ ਹੀ ਤੁਹਾਨੂੰ ਇਹ ਗੱਲ ਕਹਿਣਾ ਕਿ ਸਰਕਾਰ ਨੂੰ ਤੁਸੀਂ ਇਹ ਵੀ ਕਿਹਾ ਕਰੋ ਕਿ ਜਿਹੜਾ ਕੰਮ ਤੁਸੀਂ ਕੀਤਾ ਇਹ ਕੰਮ ਨਹੀਂ ਕਰਨਾ, ਇਹ ਹੋ ਨਹੀਂ ਸਕਦਾ, ਇਹ ਤੁਸੀਂ ਜਿੱਦ ਨਾ ਕਰੋ, ਇਹਦੇ ਚੋਂ ਤੁਸੀਂ ਸਿਆਸੀ ਟੀਆਰਪੀ ਨਾ ਲਓ, ਇਹ ਕੰਮ ਤੁਸੀਂ ਨਹੀਂ ਕਰ ਸਕਦੇ। ਸਮੁੱਚਾ ਸਿੱਖ ਜਥੇਬੰਦੀਆਂ ਇਸ ਗੱਲ ਦੇ ਖਿਲਾਫ, ਇਹਦਾ ਮਤਲਬ ਸਾਰੇ ਮੂਰਖ ਹੋ ਗਏ। ਤੁਸੀਂ ਇਹਨੂੰ ਤੁਰੰਤ ਵਾਪਸ ਲਓ। ਅਸੀਂ 23 ਤਰੀਕ ਤੋਂ ਪਹਿਲਾਂ ਫੈਸਲਾ ਕਰਾਂਗੇ, ਜਿਹੜਾ ਸੰਗਤ ਦੇ ਬੜਾ ਹੀ ਇੱਕ ਯੋਗ ਫੈਸਲਾ ਹੋਊਗਾ, ਸੰਗਤ ਦੀ ਰਾਏ ਨਾਲ ਹੋਊਗਾ, ਕਿਸੇ ਨਾਲ ਵਿਤਕਰਾ ਨਹੀਂ ਹੋਊਗਾ। ਹਰ ਚੀਜ਼ ਪਾਰਦਰਸ਼ੀ ਰਹੀ ਆ, ਪਾਰਦਰਸ਼ੀ ਹੋਊਗੀ। ਪਹਿਲਾਂ ਜਿਹੜਾ ਲੀਗਲੀ 11 ਸਾਲ ਲਈ ਰਿਟਨ ਜਿਹੜਾ ਐਗਰੀਮੈਂਟ ਹੋਇਆ ਸੀ, ਉਹ ਅਸੀਂ 23 ਤੱਕ ਨਹੀਂ ਛੇੜ ਸਕਦੇ। ਅਸੀਂ ਉਸ ਤੋਂ ਬਾਅਦ ਸਾਰੀ ਸੰਗਤ ਦੇ ਰਲ ਕੇ ਕਰਾਂਗੇ। ਕੀ ਇਹਦੇ ਕਦੋਂ ਅਸੀਂ ਕਹਿੰਦੇ ਆ ਕਿ ਕਿਸੇ ਇੱਕ ਦੀ ਮਨੋਪੋਲੀ ਹੋਣੀ ਚਾਹੀਦੀ ਹੈ? ਮਤਲਬ ਹੀ ਕੋਈ ਨਹੀਂ। ਇੱਕ ਅਸੂਲ ਬਣ ਜਾਵੇ, ਉਸ ਅਸੂਲ ਦੇ ਤਹਿਤ ਕੰਮ ਕਰਨ, ਸੈਕਰੀਫਾਈਸ ਵੀ ਕਰਨ। ਹੁਣ ਚੈਨਲ ਜਿਹੜੇ ਆ, ਹੁਣ ਸਾਡੇ ਕੋਲ ਗੌਰਵ ਜੀ ਜਦੋਂ ਕਿਤੇ ਸਾਡਾ ਲਾਈਵ ਕਰਦੇ ਆ, ਸਾਤੋਂ ਲੱਖਾਂ ਰੁਪਈਆ ਲੈਂਦੇ ਆ, ਤੇ ਫਿਰ ਇਹ ਸਾਨੂੰ ਇਸ ਗੱਲ ਲਈ ਫ੍ਰੀ ਵੀ ਦੇਣਗੇ, ਚੰਗੀ ਗੱਲ ਆ। ਹੋਰ ਵੀ ਚੈਨਲ ਫ੍ਰੀ ਦੇਣਗੇ, ਫਿਰ ਇਸ ਗੱਲ ਦੀਆਂ ਸ਼ਰਤਾਂ ਵੀ ਮੰਨਣਗੇ, ਇਹ ਚੰਗੀ ਗੱਲ ਆ। ਪਰ ਅਸੀਂ ਸਰ ਖਬਰ ਚਲਾਉਣ ਦੇ ਲਈ 1 ਰੁਪਿਆ ਨਹੀਂ ਲੈਂਦੇ ਕਿਸੇ ਤੋਂ। ਖਬਰ ਚਲਾਉਣ ਦੇ ਲਈ ਕਿਸੇ ਦੇ ਕੋਲੋਂ ਕੋਈ ਪੈਸਾ ਨਹੀਂ ਹੁੰਦਾ ਕਦੇ ਵੀ। ਖਬਰ ਦੀ ਨਹੀਂ ਗੱਲ ਕਰ ਰਿਹਾ ਮੈਂ, ਖਬਰ ਦੀ ਨਹੀਂ, ਪ੍ਰੋਗਰਾਮ ਦੀ ਗੱਲ ਕਰ ਰਿਹਾ ਜੀ। ਤੁਸੀਂ ਇਕੱਲੇ ਨਹੀਂ, ਬਾਕੀ ਸਾਰੇ ਚੈਨਲ ਲੈਂਦੇ ਆ। ਜਦੋਂ ਤੁਸੀਂ ਲਾਈਵ ਕਰਨਾ ਵਾ, ਕਿਸੇ ਫੰਕਸ਼ਨ ਦਾ ਲਾਈਵ ਕਰਨਾ, ਇਹ ਦੇਖੋ ਵਪਾਰ ਆ ਤੁਹਾਡਾ, ਤੁਸੀਂ ਕਰਦੇ ਹੋ। ਮੈਂ ਕਦੋਂ ਕਹਿੰਦਾ ਤੁਹਾਡੀ ਇਹ ਗਲਤ ਕਰ ਰਹੇ ਹੋ, ਇਹ ਨਹੀਂ ਗੱਲ ਕਰਦਾ ਮੈਂ। ਵੈਸੇ ਮਜ਼ਾਕੀਆ ਤੌਰ ਤੇ ਇੱਕ
ਲਾਈਟਲੀ ਵੇਚ ਗੱਲ ਕੀਤੀ ਆ। ਸੋ ਮਲਹੋਤਰਾ ਸਾਹਿਬ ਤੁਸੀਂ ਇਹਨੂੰ ਤੁਰੰਤ ਵਾਪਸ ਕਰਾਓ, ਕਿਉਂਕਿ ਇਹ ਕੰਮ ਕਦੇ ਨਾ ਹੋਇਆ ਨਾ ਹੋਣਾ। ਸੋ ਸਿੱਖਾਂ ਦੀ ਸੰਸਥਾ ਵਾ, ਸਿੱਖਾਂ ਨੇ ਫੈਸਲਾ ਕਰਨਾ। ਬਿਲਕੁਲ ਤੁਸੀਂ ਸਰਕਾਰ ਵੱਲੋਂ ਸਿੱਖਾਂ ਦੇ ਸਿਸਟਮ ਸੁਧਾਰਨ ਮਾਮਲੇ ਮੇਰੇ ਕੋਲ ਸਮਾਂ ਬਹੁਤ ਪੂਰਾ ਦਾਦੂਵਾਲ ਜੀ, ਇੱਕ ਤੁਹਾਡਾ ਫਾਈਨਲ ਕਮੈਂਟ। ਦੇਖੋ ਤੁਸੀਂ ਵਾਰ-ਵਾਰ ਕਹਿ ਰਹੇ ਹੋ ਕਿ ਸਰਕਾਰ ਜਿਹੜੇ ਸੋਧ ਬਿੱਲ ਨੂੰ ਲੈ ਕੇ, ਪਹਿਲਾਂ ਤਾਂ ਪੁਆਇੰਟ ਕਲੀਅਰ ਕਰੋ ਜੋ ਗਰੇਵਾਲ ਸਾਹਿਬ ਜਾਣਨਾ ਚਾਹੁੰਦੇ ਸੀ ਕਿ ਸੋਧ ਬਿੱਲ, ਗਰੇਵਾਲ ਸਾਹਿਬ ਜਾਣਨਾ ਚਾਹੁੰਦੇ ਸੀ ਕਿ ਸੋਧ ਬਿੱਲ ਦੇ ਖਿਲਾਫ ਹੋ ਜਾਂ ਸੋਧ ਬਿੱਲ ਦੇ ਨਾਲ ਹੋ। ਦਾਦੂਵਾਲ ਜੀ ਚੋ ਲੱਗ ਰਿਹਾ ਉਹਨਾਂ ਤੱਕ ਆਵਾਜ਼ ਨਹੀਂ ਪਹੁੰਚ ਰਹੀ, ਆਰਪੀਐਸ ਜੀ ਤੁਹਾਡਾ ਫਾਈਨਲ ਕਮੈਂਟ ਸਰ। ਦੇਖੋ ਗੌਰਵ ਜੀ, ਗੁਰਬਾਣੀ ਦਾ ਪ੍ਰਸਾਰਣ ਜਿਹੜਾ ਹੈ ਹਰ ਹਾਲਤ ਵਿੱਚ ਫ੍ਰੀ ਟੂ 에ਅਰ ਹੋਣਾ ਚਾਹੀਦਾ ਹੈ, ਔਰ ਜਿਹੜਾ ਵੀ ਕੋਈ ਉਹਨੂੰ ਪ੍ਰਸਾਰਿਤ ਕਰਨਾ ਚਾਹੇ ਉਸ ਨੂੰ ਹੱਕ ਮਿਲਣਾ ਚਾਹੀਦਾ ਹੈਗਾ ਜੀ। ਔਰ ਇਹ ਇਨਸ਼ੋਰ ਕਰਨ ਦੇ ਲਈ ਜੋ ਕੁਝ ਵੀ ਕਰਨਾ ਪਿਆ ਸਾਡੀ ਸਰਕਾਰ ਕਰੇਗੀ ਜੀ। ਚਲੋ ਸ਼ੁਕਰੀਆ, ਬਹੁਤ ਧੰਨਵਾਦ ਗਰੇਵਾਲ ਸਾਹਿਬ ਤੁਹਾਡਾ ਵੀ, ਔਰ ਆਰਪੀਐਸ ਜੀ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਔਰ ਦਾਦੂਵਾਲ ਸਾਹਿਬ ਸਾਡੇ ਨਾਲ ਜੁੜੇ ਹੋਏ ਸੀ, ਉਹਨਾਂ ਦਾ ਵੀ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਮੁੱਦਾ ਸਿੱਧੇ ਤੌਰ ਦੇ ਉੱਤੇ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਹੈ, ਗੁਰਬਾਣੀ ਪ੍ਰਸਾਰਣ ਦੇ ਨਾਲ ਜੁੜਿਆ ਹੋਇਆ ਹੈ। ਤਾਂ ਅੱਜ ਚਰਚਾ ਤਾਂ ਅਸੀਂ ਕੀਤੀ ਹੈ, ਪਰ ਸਵਾਲ ਉੱਥੇ ਹੀ ਬਰਕਰਾਰ ਹੈ, ਸਵਾਲ ਉੱਥੇ ਹੀ ਖੜਾ ਹੈ ਕਿ ਵਾਕਈ ਹੀ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਪਿਕਚਰ ਕਲੀਅਰ ਹੋ ਸਕੇਗੀ ਕਿ ਪ੍ਰਸਾਰਣ ਫ੍ਰੀ ਟੂ 에ਅਰ ਹੋ ਰਿਹਾ ਹੈ ਜਾਂ ਫ੍ਰੀ ਟੂ 에ਅਰ ਹੈ, ਕਿਉਂਕਿ ਦਾਵਾ ਐਸਜੀਪੀਸੀ ਕਰਦੀ ਹੈ ਕਿ ਫ੍ਰੀ ਟੂ 에ਅਰ ਹੈ, ਪਰ ਕੀ ਬਾਕੀ ਫ੍ਰੀ ਟੂ 에ਅਰ ਹੈ? ਸੀਐਮ ਕੀ ਕਹਿੰਦੇ ਨੇ? ਸੀਐਮ ਕਹਿ ਰਹੇ ਨੇ ਕਿ ਫ੍ਰੀ ਟੂ 에ਅਰ ਕਰੋ ਔਰ ਹਰ ਚੈਨਲ ਦਿਖਾ ਸਕੇ, ਕਿ ਕੋਈ ਇਹ ਨਾ ਹੋਵੇ ਕਿ ਕਿਸੇ ਇੱਕ ਚੈਨਲ ਦੇ ਕੋਲ ਐਕਸਕਲੂਸਿਵ ਰਾਈਟਸ ਚਲੇ ਜਾਣ ਜੋ ਹੁਣ ਤੱਕ ਹੈ। ਕਿ ਵਾਕਈ ਇਸ ਤਰੀਕੇ ਨਾਲ ਕੋਈ ਅੱਗੇ ਕਦਮ ਚੁੱਕਣ ਜਾ ਰਹੀ ਹੈ ਐਸਜੀਪੀਸੀ, ਉਸ ਦੇ ਉੱਤੇ ਹੀ ਨਜ਼ਰ ਰਹੇਗੀ। ਪ੍ਰਾਈਮ ਟਾਈਮ ਦੇ ਵਿੱਚ ਅੱਜ ਦੇ ਲਈ ਇੰਨਾ ਹੀ।